ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਮਹਾਰਾਜ ਨੇ ਸ਼ਾਮ ਦੇ ਸਮੇਂ ਆਪਣੇ ਦਰ ਘਰ ਦੀ ਹਾਜ਼ਰੀ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਗੁਰੂ ਪਾਤਸ਼ਾਹ ਮਹਾਰਾਜ ਦੇ ਜੀਵਨ ਪ੍ਰਸੰਗ, ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੀ ਅੰਸ਼ ਬੰਸ਼ ਸਤਿਗੁਰਾਂ ਦੀ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ। ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਹ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਭਾਵ ਗੁਰੂ ਪੁਰੀ ਰੂਪ ਗ੍ਰੰਥ। ਇਹ ਜੋ ਗ੍ਰੰਥ ਹੈ ਇੱਕ ਤਰ੍ਹਾਂ ਨਾਲ ਸਤਿਗੁਰਾਂ ਦੀ ਪੁਰੀ ਹੈ। ਪੁਰੀ ਇੱਕ ਵੱਡਾ ਸ਼ਹਿਰ ਹੈ ਤੇ ਦਸਾਂ ਪਾਤਸ਼ਾਹੀਆਂ ਦਾ ਜਿਹੜਾ ਇਤਿਹਾਸ ਗ੍ਰੰਥ ਹੈ ਇੱਕ ਸ਼ਹਿਰ ਰੂਪ ਹੈ। ਫਿਰ ਭਾਈ ਸ਼ਹਿਰ ਦੇ ਵਿੱਚ ਮਹੱਲੇ ਹੁੰਦੇ ਨੇ, ਵਾਰਡ ਕਹਿ ਲਓ, ਜਿਵੇਂ ਅੱਜ ਕੱਲ੍ਹ। ਅੱਗੇ ਪੁਰਾਣੇ ਸਮਿਆਂ ਵਿੱਚ ਮਹੱਲੇ ਹੁੰਦੇ ਸੀ, ਜਾਂ ਕਟੜੇ, ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਲਾਹੌਰ ਵਿੱਚ ਇਹਨਾਂ ਨੂੰ ਕਟੜੇ ਵੀ ਕਿਹਾ ਜਾਂਦਾ। ਤੇ ਇਹ ਦਸਾਂ ਪਾਤਸ਼ਾਹੀਆਂ ਦਾ ਜੋ ਇਤਿਹਾਸ ਹੈ 10 ਮਹੱਲੇ ਰੂਪ ਦੇ ਵਿੱਚ ਸੰਤ ਰੇਣ ਜੀ ਨੇ ਕਿਉਂ ਵੰਡ ਕੀਤੀ ਹੈ। ਮਹੱਲੇ ਪਹਿਲੇ ਦੀ ਕਥਾ, ਮਹੱਲੇ ਦੂਜੇ ਦੀ, ਮਹੱਲੇ ਤੀਜੇ ਦੀ, ਜੋ ਆਪਾਂ ਹੁਣ ਤੱਕ ਤੀਜੇ ਮਹੱਲੇ ਤੱਕ ਭਾਵ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ ਸਰਵਣ ਕੀਤਾ। ਫਿਰ ਮਹੱਲੇ ਦੇ ਵਿੱਚ ਘਰ ਹੁੰਦੇ ਨੇ, ਜਿਹੜੇ ਪ੍ਰਸੰਗ ਨੇ ਸੰਤ ਰੇਣ ਜੀ ਨੇ ਉਹਨਾਂ ਨੂੰ ਘਰਾਂ ਦਾ ਰੂਪ ਕਿਹਾ। ਵੀ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਪ੍ਰਸੰਗ 22 ਘਰਾਂ ਵਿੱਚ, ਜਿਵੇਂ ਕਰਕੇ ਭਾਈ ਸੰਤ ਰੇਣ ਜੀ ਨੇ ਘਰ ਕਿਹਾ। ਤੇ ਜੋ ਜਿਵੇਂ ਕਵੀ ਸੰਤੋਖ ਸਿੰਘ ਜੀ ਉਹਨਾਂ ਨੇ ਅਧਿਆਏ ਤੇ ਗਿਆਨੀ ਗਿਆਨ ਸਿੰਘ ਜੀ ਨੇ ਇਹਨਾਂ ਨੂੰ ਵਿਸ਼ਰਾਮ ਕਹਿਤਾ। ਹੈ ਇੱਕੋ ਹੀ ਕਿ ਪ੍ਰਸੰਗਾਂ ਦਾ ਨਾਂ ਹੈ।
ਤੋ ਇਹ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇਹਦੀ ਲੜੀਵਾਰ ਕਥਾ ਤਹਿਤ ਕੱਲ ਆਪਾਂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੇ ਜੋਤੀ ਜੋ ਸਮਾਉਣ ਦਾ ਪ੍ਰਸੰਗ ਜਿਹੜਾ ਹੈ ਉਹ ਸਰਵਣ ਕੀਤਾ ਹੈ। ਆਓ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਗੁਰਤਾ ਗੱਦੀ ਤੋਂ ਜਿਹੜਾ ਫਿਰ ਪ੍ਰਸੰਗ ਹੈ, ਪਹਿਲਾਂ ਵਾਲਾ ਪ੍ਰਸੰਗ ਆਪ ਜੀ ਨੇ ਸਰਵਣ ਨਾਲ ਹੀ ਕਰ ਲਿਆ ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ। ਤੋ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੁਣ ਪ੍ਰਸੰਗ ਜਿਹੜਾ ਹੈ ਉਹ ਜੀਵਨ ਕਥਾ ਸੰਤ ਰੇਣ ਜੀ ਆਰੰਭ ਕਰਦੇ ਨੇ। ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਅਕਾਲ ਜੀ ਸਹਾਇ। ਤੋਂ ਪਹਿਲਾਂ ਮੰਗਲ ਕਰਦੇ ਆ। ਇਹ ਲਗਭਗ ਸਾਰੇ ਗੁਰੂ ਸਾਹਿਬਾਨਾਂ ਦਾ ਜਦੋਂ ਜੀਵਨ ਪ੍ਰਸੰਗ ਸ਼ੁਰੂ ਕਰਦੇ ਆ ਇਹ ਮੰਗਲ ਕੀਤੇ ਨੇ ਕਿ ਸ੍ਰੀ ਅਕਾਲ ਜੀ ਸਹਾਇ, ਜੋ ਸਭ ਤੋਂ ਮਹਾਨ, ਜੋ ਸਭ ਤੋਂ ਸ਼੍ਰੋਮਣੀ ਅਕਾਲ ਪੁਰਖ ਹੈ। ਐਸੇ ਭਾਈ ਸ੍ਰੀ ਸੁਭਾਏਮਾਨ ਸੋਭਾ ਵਾਲੇ ਸ੍ਰੀ ਅਕਾਲ ਪੁਰਖ ਜੀ, ਜੋ ਭਾਈ ਸਭ ਥਾਈਂ ਸਹਾਏ ਹਨ, ਪਹਿਲਾਂ ਵੀ ਹੁਣ ਵੀ ਤੇ ਅੱਗੇ ਵੀ, ਕਿਉਂ ਤ੍ਰੈ ਕਾਲ ਹੀ ਉਹ ਸਹਾਇਤਾ ਕਰਨ ਵਾਲੇ ਹਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਸ਼ਬਦ ਵੀ ਤਿੰਨ ਰੂਪਾਂ ਵਿੱਚ ਹੈ। ਕਿਤੇ ਤੁਹਾਨੂੰ ਫੱਫਾ ਤੱਤਾ ਤੇ ਹਾਹਾ ਫਤਿਹ, ਕਈ ਜਗ੍ਹਾ ਤੇ ਤੱਤੇ ਸਿਹਾਰੀ ਨਾਲ ਵੀ ਫਤਿਹ ਹੈ। ਜ਼ਿਆਦਾਤਰ ਜਿਹੜਾ ਉਹ ਸਿਹਾਰੀ ਨਾਲ ਲਿਖਿਆ ਜਾਂਦਾ, ਤੱਤੇ ਨੂੰ ਸਿਹਾਰੀ ਫਤਿਹ, ਤੇ ਕਈ ਜਗ੍ਹਾ ਹਾਹੇ ਸਿਹਾਰੀ ਹੈ ਫਤਿਹ। ਇਹ ਭਾਵ ਇੱਕੋ ਹੀ ਹੈ। ਤੇ ਇਹ ਮੰਗਲਾਂ ਦੇ ਰੂਪ ਵਿੱਚ ਇਸ ਤਰ੍ਹਾਂ ਜਿੱਥੇ ਜਿਵੇਂ ਮਹਾਰਾਜ ਨੇ, ਜੋ ਗੁਰੂ ਪਾਤਸ਼ਾਹ ਮਹਾਰਾਜ ਨੇ ਜਿਵੇਂ ਵੀ, ਜਾਂ ਗੁਰੂ ਕੇ ਸਿੱਖਾਂ ਨੇ ਜੋ ਸ਼ਬਦ ਠੀਕ ਲੱਗਿਆ ਉਹਨਾਂ ਨੇ ਅਕਾਲ ਪੁਰਖ ਦੀ ਉਸਤਤ ਵਿੱਚ ਉਹ ਕਿਹਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਕਿ ਭਾਈ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ ਉਸੇ ਦੀ ਫਤਿਹ ਹੈ, ਕਿਉਂਕਿ ਸਾਰਿਆਂ ਦੇ ਉੱਤੇ ਉਸੇ ਦਾ ਹੀ ਹੁਕਮ ਹੈ ਨਾ, ਪਰਮੇਸ਼ਰ ਦਾ। ਫਤਿਹ ਤਾਂ ਉਹਦੀ ਹੈ ਜਿਹਦਾ ਹੁਕਮ ਚੱਲੇ। ਇਸ ਕਰਕੇ ਜਿਹਦਾ ਸਾਰੀ ਕੁਦਰਤ ਕਾਇਨਾਤ ਖੰਡਾਂ ਬ੍ਰਹਮੰਡਾਂ ਦੇ ਵਿੱਚ ਜਿਸ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਚੱਲਦਾ ਹੈ ਉਸੇ ਦੀ ਹੀ ਫਤਿਹ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਭਾਈ ਅਦੁੱਤੀ ਬ੍ਰਹਮ ਹੈ, ਅਦਵੈ ਸਰੂਪ ਅਦੁੱਤੀ ਅਕਾਲ ਪੁਰਖ ਇੱਕ ਹੈ, ਅਦੁੱਤੀ ਹੈ। ਓੰਕਾਰ ਉਹੀ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦੇ ਅੰਦਰ ਪ੍ਰਕਾਸ਼ ਉਸੇ ਦਾ ਹੀ ਹੈ। ਜਿੰਨਾ ਕੁਝ ਚੱਲ ਰਿਹਾ ਸਭ ਉਹਦੇ ਪ੍ਰਕਾਸ਼ ਨਾਲ ਹੀ ਹੈ, ਅਖੰਡ ਬ੍ਰਹਮੰਡ। ਸਤ ਉਹ ਸਤ ਸਰੂਪ ਹੈ, ਭਾਵ ਹਮੇਸ਼ਾ ਲਈ ਸਤ ਹੈ। ਇਹ ਨਹੀਂ ਕਿ ਅੱਜ ਹੈਗਾ, ਨਹੀਂ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਉਹ ਪਰਮੇਸ਼ਰ ਜੋ ਹੈ ਅਬਨਾਸ਼ੀ ਹੈ, ਸਤ ਦਾ ਨਾਸ਼ ਨਹੀਂ ਹੁੰਦਾ। ਗੁਰ ਦਾ ਭਾਵ ਹੈ ਉਹ ਚੇਤਨ ਸਰੂਪ ਹੈ, ਭਾਵ ਉਹ ਜੜ ਰੂਪ ਨਹੀਂ ਹੈ, ਕੋਈ ਚੇਤਨ ਸਰੂਪ ਹੈ। ਤੇ ਗੁਰ ਭਾਵ ਸਭ ਤੋਂ ਵੱਡਾ ਹੈ। ਪ੍ਰਸਾਦ ਉਹ ਆਨੰਦ ਸਰੂਪ ਹੈ। ਫਿਰ ਪ੍ਰਸਾਦ ਕਿਰਪਾ ਦਾ ਸਰੂਪ ਹੈ। ਸਤ ਗੁਰ ਪ੍ਰਸਾਦ। ਐਸੇ ਭਾਈ ਉਦੁੱਤੀ ਬ੍ਰਹਮ ਜੋ ਸਭ ਦਾ ਪ੍ਰਕਾਸ਼ਕ, ਉਹਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਆਥ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ
ਹੁਣ ਕਹਿੰਦੇ ਭਾਈ ਆਥ ਦਾ ਭਾਵ ਹੁੰਦਾ ਹੁਣ ਜੋ ਇਹ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਚਤੁਰਥ ਮਹੱਲੇ ਸ੍ਰੀ ਸਤਿਗੁਰੂ ਰਾਮਦਾਸ ਜੀ ਕੀ ਕਥਾ ਪ੍ਰਾਰੰਭਤੇ। ਇਸ ਗ੍ਰੰਥ ਦੇ ਵਿੱਚ ਹੁਣ ਭਾਈ ਚੌਥੇ ਮਹੱਲੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਥਾ ਜੋ ਹੈ, ਸੰਤ ਰੇਣ ਜੀ ਕਹਿੰਦੇ ਉਹ ਪ੍ਰਾਰੰਭ ਕਰਦੇ ਹਾਂ ਦੋਹਰਾ। ਸ੍ਰੀ ਅਕਾਲ ਜੋ ਪੁਰਖ ਬਰ ਦਾਸਨ ਰੱਖਿਅਕ ਜੋਏ। ਹੁਣ ਮੰਗਲ ਤਾਂ ਪਹਿਲਾਂ ਵੀ ਕੀਤੇ ਆ ਅਕਾਲ ਪੁਰਖ ਦੇ, ਉਹ ਮੰਗਲ ਨੇ ਜਿਹੜੇ ਗੁਰੂ ਸਾਹਿਬਾਨ ਨੇ ਕੀਤੇ। ਹੁਣ ਸੰਤ ਰੇਣ ਜੀ ਆਪਣੇ ਕਾਵ ਰਚਨਾ ਦੇ ਵਿੱਚ ਮੰਗਲ ਕਰਦੇ ਆਪਣੇ ਵੱਲੋਂ। ਸ੍ਰੀ ਅਕਾਲ ਜੋ ਪੁਰਖ ਬਰ, ਭਾਈ ਜੋ ਸ੍ਰੀ ਅਕਾਲ ਪੁਰਖ ਬਰ ਸਭ ਤੋਂ ਮਹਾਨ ਹੈ, ਸ੍ਰੇਸ਼ਟ ਹੈ, ਸਭ ਤੋਂ ਵੱਡਾ ਹੈ, ਜੋ ਸਾਰਿਆਂ ਤੇ ਹੁਕਮ ਚਲਾਉਣ ਵਾਲਾ ਬਰ ਰੂ, ਦਾਸਨ ਰੱਖਿਅਕ ਜੋਏ, ਔਰ ਆਪਣੇ ਦਾਸਾਂ ਆਪਣੇ ਸੇਵਕਾਂ ਦੀ ਜੋ ਰੱਖਿਆ ਕਰਨ ਯੋਗ ਹੈ, ਕਰਨ ਵਾਲਾ ਹੈ। ਕਰੋ ਬੇਨੰਤੀ ਪਗਨ ਢਗ ਸਦਾ ਸਹਾਇਕ ਹੋਏ। ਐਸੇ ਅਕਾਲ ਪੁਰਖ ਪਰਮੇਸ਼ਰ ਅੱਗੇ ਮੈਂ ਬੇਨਤੀ ਕਰਦਾ ਸਤਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਸਦਾ ਹੀ ਉਹ ਸਹਾਇਕ ਹੋਏ, ਜਿਹੜੇ ਹੋ ਰਹੇ ਨੇ, ਹੋਏ ਹਨ, ਤੇ ਅੱਗੇ ਵੀ ਉਹੀ ਸਹਾਇਤਾ ਕਰਨ ਵਾਲੇ ਹੋਣ। ਜਾਹੇ ਜਪੇ ਨਹਿ ਲਟਕ ਹੈ ਮਾਤਾ ਗਰਭ ਮਝਾਰ। ਹੁਣ ਅਕਾਲ ਪੁਰਖ ਤੋਂ ਬਾਅਦ ਅਕਾਲ ਦਾ ਹੀ ਸਰਗੁਣ ਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਆ। ਜਾਹੇ ਜਪੇ ਨਹਿ ਲਟਕ ਹੈ ਮਾਤਾ ਗਰਭ ਮਝਾਰ। ਭਾਈ ਜਿਸ ਗੁਰੂ ਨਾਨਕ ਦੇਵ ਮਹਾਰਾਜ, ਉਹ ਫਿਰ ਕਿੱਥੋਂ ਇਹ ਲਿਆ ਬਚਨ? ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਬਾਣੀ। ਭਾਈ ਜੈਸੇ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਮਾਤਾ ਦੇ ਗਰਭ ਵਿੱਚ ਪੁੱਠਾ ਨਹੀਂ ਲਟਕਣਾ ਪੈਂਦਾ ਹੈ, ਉਦਰ ਵਿੱਚ ਨਹੀਂ ਲਟਕਣਾ ਪੈਂਦਾ, ਭਾਵ ਜਨਮ ਮਰਨ ਤੋਂ ਮੁਕਤ ਹੋ ਜਾਈਦਾ ਹੈ। ਆਸ ਸਤਿਗੁਰ ਨਾਨਕ ਵਰੋ ਬੰਦੋਂ ਬਾਰੰਬਾਰ। ਆਸ ਸਤਿਗੁਰ ਨਾਨਕ ਵਰੋ, ਐਸੇ ਭਾਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਹਾਨ ਸਤਿਗੁਰੂ ਜੀ ਪਹਿਲੇ ਪਾਤਸ਼ਾਹ, ਉਹਨਾਂ ਨੂੰ ਬਾਰ-ਬਾਰ ਬੰਦਨਾ ਹੈ। ਕੰਦ ਆਨੰਦ ਬਿਲੰਦ ਦੈ ਸ੍ਰੀ ਗੁਰ ਅੰਗਦ ਚੰਦ। ਫਿਰ ਭਾਈ ਦੂਸਰੇ ਰੂਪ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੋ ਕੰਦ ਆਨੰਦ ਬਿਲੰਦ ਦੈ, ਜੋ ਭਾਈ ਆਨੰਦ ਦਾ ਮੂਲ ਤੇ ਮਹਾਨ ਆਨੰਦ ਦੇਣ ਵਾਲੇ ਹੈ। ਸ੍ਰੀ ਗੁਰ ਨਾ ਅੰਗਦ ਚੰਦ, ਐਸੇ ਭਾਈ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਚੰਦਨ ਸਮ ਦੁਖ ਕਾਮ ਕੋ ਬੰਦੇ ਬਿਗਨ ਨਿਕੰਦ। ਜਿਵੇਂ ਭਾਈ ਚੰਦਰਮਾ ਪ੍ਰਕਾਸ਼ ਕਰਕੇ ਠੰਡ ਦਿੰਦਾ ਹੈ, ਕਿਰਨਾਂ ਚ ਅੰਮ੍ਰਿਤ, ਉਸੇ ਤਰ੍ਹਾਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਨ ਆਨੰਦ ਦੇਣ ਵਾਲੇ। ਫਿਰ ਚੰਦਨ ਸਮ ਦੁਖ ਕਾਮ ਕੋ ਬੰਦੇ ਬਿਗਨ ਨਿਕੰਦ। ਜਿਵੇਂ ਚੰਦਨ ਹੈ, ਉਹ ਚੰਦਨ ਸਮ ਦੁਖ ਕਾਮ ਕੋ, ਚੰਦਨ ਜਿਹੜਾ ਹੈ ਉਹ ਸੁਗੰਧੀ ਬਖਸ਼ਦਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨਾਮ ਦੀ ਸੁਗੰਧੀ ਬਖਸ਼ਣ ਵਾਲੇ। ਦੁੱਖ ਕਾਮ ਕੋ, ਤੇ ਦੁੱਖਾਂ ਦੇ ਕਾਮ, ਦੁੱਖਾਂ ਕਾਮ ਜ਼ਖਮ ਨੂੰ ਵੀ ਕਹਿੰਦੇ। ਕਾਮ ਹੈ ਧੁੱਪ। ਜਿਵੇਂ ਹੁਣ ਚੰਦਨ ਕੋਲੇ ਦੋ ਫਾਇਦੇ ਹੋ ਗਏ ਨਾ, ਜਿਹੜਾ ਚੰਦਨ ਬਣਿਆ ਦਰਖਤ ਹੈ, ਇੱਕ ਤਾਂ ਛਾਂ ਦੇਤੀ,
ਦੂਜਾ ਸੁਗੰਧੀ ਦੇਤੀ। ਫਿਰ ਚੰਦਨ ਦੇ ਕੋਲ ਠੰਡਕ ਵੀ ਹੈ, ਚੰਦਨ ਠੰਡਾ ਹੁੰਦਾ ਹੈ। ਇਸ ਤਰ੍ਹਾਂ ਭਾਈ ਦੁੱਖਾਂ ਰੂਪੀ ਘਾਮ ਧੁੱਪ ਤਪਸ਼ ਤੋਂ ਬਚਾਉਣ ਵਾਲੇ ਬੰਦੇ, ਬਿਘਨ ਨਿਕੰਦ, ਜਿਨ੍ਹਾਂ ਨੂੰ ਬੰਦਨਾ ਕਰੀਏ, ਜਿਹੜੇ ਭਾਈ ਬਿਘਨਾਂ ਨੂੰ ਕੱਟਣ ਵਾਲੇ ਹਨ। ਮਾਰ ਹੰਕਾਰ ਜੋ ਡਸਤ ਨਿਤ, ਤਾਹੇ ਸਹਾਇਕ ਮਾਰ। ਫੇਰ ਗੁਰੂ ਅਮਰਦਾਸ ਮਹਾਰਾਜ, ਮਾਰ ਹੰਕਾਰ ਜੋ ਡਸਤ ਨਿਤ, ਜਿਹੜੇ ਭਾਈ ਹੰਕਾਰ ਜਿਹੜਾ ਰੋਜ਼ ਡੰਗ ਮਾਰਦਾ, ਬਾਰ-ਬਾਰ ਸਾਨੂੰ ਡੰਗ ਮਾਰਦਾ, ਅੰਦਰੋਂ ਹੀ ਬੈਠਾ ਮਾਰਦਾ। ਮਾਰ ਹੰਕਾਰ, ਉਹ ਹੰਕਾਰ ਨੂੰ ਵੀ ਮਾਰਨ ਵਾ ਜਿਹੜਾ ਨਿਤ ਡਸਦਾ ਸੀ। ਤਾਹੇ ਸਹਾਇਕ ਮਾਰ, ਉਹਦੇ ਸਹਾਇਕਾਂ ਨੂੰ ਵੀ, ਭਾਵ ਜਿਹੜੇ ਗਲ ਤੋਂ ਹੰਕਾਰ ਹੁੰਦਾ ਹੈ ਉਸ ਨੂੰ ਵੀ ਜਿਹੜਾ ਮਾਰਦੇ ਨੇ। ਜਾਂ ਭਾਈ ਜਿਹੜਾ ਕੋਈ ਹੰਕਾਰ ਦਾ ਸਹਾਇਕ ਹੁੰਦਾ, ਜਿਵੇਂ ਸੱਪ ਨੂੰ ਕੋਈ ਪਾਲੇ ਉਹ ਡੰਗ ਹੀ ਮਾਰੂ, ਇਸੇ ਤਰ੍ਹਾਂ ਹੰਕਾਰ ਦੇ ਕਰਮ ਕਰਨ ਵਾਲੇ, ਉਹਨਾਂ ਨੂੰ ਫਿਰ ਹੰਕਾਰ ਹੀ ਮਾਰਦਾ ਹੈ। ਤਾਹੇ ਸਹਾਇਕ ਮਾਰ, ਉਹਦੇ ਸਹਾਇਕ, ਉਹਨੂੰ ਭਾਈ ਸਹਾਇਕ ਨੂੰ ਵੀ ਮਾਰ ਦੇਣਾ। ਇਹ ਕੌਣ ਨੇ? ਧੰਨ ਗੁਰੂ ਅਮਰਦਾਸ। ਮਾਰਸ ਚਹਿ ਸ੍ਰੀ ਅਮਰ ਭਜ, ਨਿਤ ਜੇ ਬਿਨਾ ਸੁਮਾਰ। ਐ ਬੰਦੇ, ਜੇ ਤੂੰ ਆਪਣੇ ਅੰਦਰੋਂ ਹੰਕਾਰ ਨੂੰ ਮਾਰਨਾ ਚਾਹੁੰਦਾ ਹੈ ਨਾ, ਮਾਰਸ ਚਹਿ ਸ੍ਰੀ ਅਮਰ ਭਜ, ਤਾਂ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਚੇਤੇ ਕਰਿਆ ਕਰ। ਕਿੰਨਾ ਕੁ ਚੇਤੇ ਕਰਨਾ? ਨਿਤ ਜੇ ਬਿਨਾ ਸੁਮਾਰ, ਕਹਿੰਦੇ ਹਮੇਸ਼ਾ ਚੇਤੇ ਕਰਨਾ ਹੈ, ਬਿਨਾ ਸੁਮਾਰ। ਕੋਈ ਤੇਰਾ ਮਿਹਨਤ ਤਾਂ ਨਹੀਂ ਲੱਗਦੀ, ਕੋਈ ਬਿਨ ਮਸ਼ੱਕਤ ਤੋਂ ਬਿਨਾ। ਚੇਤੇ ਕਰਨ ਵਿੱਚ ਤਾਂ ਕੋਈ ਮਸ਼ੱਕਤ ਨਹੀਂ, ਕੋਈ ਥਕਾਵਟ ਨਹੀਂ ਹੈ। ਉਸ ਮਾਲਕ ਨੂੰ, ਗੁਰੂ ਅਮਰਦਾਸ ਪਾਤਸ਼ਾਹ ਨੂੰ ਚੇਤੇ ਕਰ। ਰਾਮਤ ਰਾਮ ਬਪ ਧਾਰਿਓ, ਭਏ ਦਾਸ ਗੁਰ ਰਾਮ। ਫਿਰ ਚੌਥੇ ਪਾਤਸ਼ਾਹ, ਰਾਮਤ ਰਾਮ, ਉਹ ਰਾਮ ਜਿਹੜਾ ਸਾਰੇ ਜਗ ਰਮਿਆ ਹੋਇਆ ਪਰਮੇਸ਼ਰ, ਬਪ ਧਾਰ, ਉਸੇ ਦਾ ਹੀ ਸਰੂਪ ਧਾਰਿਆ। ਭਏ ਦਾਸ ਗੁਰ ਰਾਮ, ਫਿਰ ਭਾਈ ਗੁਰੂ ਰਾਮਦਾਸ ਪਾਤਸ਼ਾਹ ਉਸੇ ਦਾ ਹੀ ਰੂਪ ਧਾਰ ਕੇ ਜਿਹੜੇ ਪਰਮੇਸ਼ਰ ਦੇ ਦਾਸ ਬਣ ਗਏ। ਸੋਠ ਪਗ ਪੰਕਜ ਬੰਦਨਾ, ਪੁਰਹਿ ਦਾਸ ਕੇ ਕਾਮ। ਸੋਠ ਪਗ ਪੰਕਜ ਬੰਦਨਾ, ਉਹਨਾਂ ਦੇ ਸੁੱਠ ਦਾ ਭਾਵ ਹੈ ਸੁੰਦਰ। ਸੁੰਦਰ ਚਰਨ ਕਮਲਾਂ ਤੇ ਸੰਤ ਰੇਣ ਜੀ ਕਹਿੰਦੇ ਮੇਰੀ ਬੰਦਨਾ ਹੈ। ਪੁਰਹਿ ਦਾਸ ਕੇ ਕਾਮ, ਕਿਉਂ ਕਿ ਮੈਂ ਸੇਵਕ ਦੇ ਕਾਰਜ ਪੂਰੇ ਹੋ ਜਾਣ। ਅਰਜਨ ਦਾਸਨ ਕੀ ਸੁਮਤ, ਹੋਏ ਕਿਰਪਾਲ ਦੇ ਬਾਛ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ, ਜਿਹੜੇ ਭਾਈ ਕੋਈ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਅਰਜਨ ਦਾਸਨ ਕੀ ਸੁਮਤ ਹੋਏ, ਜਿਹੜਾ ਕੋਈ ਗੁਰੂ ਅਰਜਨ ਦੇਵ ਮਹਾਰਾਜ ਦਾ ਸੇਵਕ ਹੋ ਜਾਂਦਾ ਹੈ, ਉਹ ਸ੍ਰੇਸ਼ਟ ਮੱਤ ਵਾਲਾ ਹੋ ਜਾਂਦਾ ਹੈ। ਕਿਰਪਾਲ ਦੇ ਬਾਂਛ, ਜੋ ਵੀ ਭਾਈ ਮੰਗਦਾ ਕਿਰਪਾਲੂ ਸਤਿਗੁਰੂ ਬਖਸ਼ਿਸ਼ਾਂ ਕਰਦੇ ਹਨ। ਬੰਦਨ ਪਗਨ ਸਰੋਜ ਕੋ, ਬਿਘਨਨ ਤੇ ਕਰ ਰਾਛ। ਐਸੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ, ਸਰੋਜ ਨਾਮ ਕਮਲ ਦਾ ਹੈ ਕਿ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਤੇ, ਕਮਲ ਸ਼ਬਦ ਬਹੁਤ ਵਰਤਿਆ ਮਹਾਰਾਜ ਨੇ। ਹੁਣ ਤਾਂ ਮੈਨੂੰ ਅੱਜ ਇੱਕ ਪੁੱਛੇ ਤੇ ਨਾ ਜੀ ਇੱਕ ਰੌਲਾ ਪਿਆ, ਮੈਂ ਰੌਲਾ ਕੋਈ ਨਹੀਂ ਹੋਣਾ, ਉਹੀ ਪਾਉਣ ਵਾਲੇ ਹੈਗੇ ਨੇ ਥੋੜੇ ਬਹੁਤ। ਤੇ ਉਹ ਕੀ ਹੈ, ਉਹ ਪੋਸਟ ਜੀ ਪਾਈ ਵੀ ਇੱਕ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਲੋਗੋ ਹੈ, ਉਹ ਕਹਿੰਦੇ ਜੀ ਆਹ ਦੇਖੋ, ਲੋਗੋ ਦਾ ਸਮਝ ਇੱਕ ਚਿੰਨ੍ਹ ਹੁੰਦਾ, ਜਿਵੇਂ ਲੋਗੋ ਬਣਾ ਲੈਂਦਾ ਕੋਈ ਵੀ ਸੰਸਥਾ। ਤੇ ਆਖੇ ਜੀ ਇਹਦੇ ਵਿੱਚ ਇਹ ਤਾਂ ਕਮਲ ਦਾ ਫੁੱਲ ਹੈ,
ਉਹ ਜਦੋਂ ਤੁਸੀਂ ਕਿਤੇ ਦੇਖੋ ਸ਼੍ਰੋਮਣੀ ਕਮੇਟੀ ਦਾ ਕੋਈ ਰਸਾਲਾ ਆਉਂਦਾ, ਕੋਈ ਵੀ, ਉਹਨਾਂ ਦਾ ਇੱਕ ਲੋਗੋ ਬਣਿਆ ਹੋਇਆ ਉੱਤੇ ਲਾਇਆ ਹੁੰਦਾ, ਜਾਂ ਜਿਵੇਂ ਆਪਾਂ ਖੰਡੇ ਲਾ ਲੈਂਦੇ ਆ, ਕੋਈ ਆਪਾਂ ਕਿਸੇ ਵੀ ਪੋਸਟਰ ਹੋਵੇ ਜਾਂ ਹੋਰ, ਉਹਨਾਂ ਦਾ ਲੋਗੋ ਹੈ SGPC ਦਾ, ਤੇ ਉਹ ਥੱਲੇ ਕਮਲ ਜੇ ਦਾ ਫੁੱਲ ਹੈ, ਉਹਦੇ ਉੱਪਰ ਗੋਲ ਜਿਹਾ ਘੇਰਾ ਕੱਢ ਕੇ ਉਹਦੇ ਵਿੱਚ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਨੇ ਵੀ ਇਹ ਤਾਂ ਜਿਹੜਾ ਕਮਲ ਫੁੱਲ ਹੈ ਤਾਂ ਭਾਜਪਾ ਦਾ, ਤੇ ਇਹ ਤਾਂ ਉਹਨਾਂ ਦੀ ਅਖੇ ਚਾਲ ਹੈ। ਤੇ ਮੈਂ ਕਿਹਾ ਵੀ ਸ਼੍ਰੋਮਣੀ ਕਮੇਟੀ ਬਣੀ 1920 ਚ, ਤੇ ਭਾਜਪਾ ਨੂੰ ਕਮਲ ਦਾ ਫੁੱਲ ਮਿਲਿਆ 1960 ਦੇ, ਸ਼ਾਇਦ ਉਦੋਂ ਵੀ ਬਾਅਦ ਚ। ਤੇ ਮੈਨੂੰ ਇਹ ਦੱਸ ਵੀ ਭਾਜਪਾ ਨੇ ਕੀ ਬੀਜਿਆ, ਜਾਂ ਉਹ ਇਹ ਕਮਲ ਦਾ ਫੁੱਲ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਚਰਨ ਕਮਲ ਕਿੰਨੀ ਵਾਰ ਆ ਗਿਆ? ਕੱਲ ਤਾਂ ਤੁਸੀਂ ਕਹੋਗੇ ਕਮਲ ਵਿੱਚੋਂ ਕੱਢੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ, ਇਹ ਤਾਂ ਭਾਜਪਾ ਦਾ ਕਮਲ। ਤਾਂ ਹੈਰਾਨੀ ਹੁੰਦੀ ਹੈ ਕਿ ਐਡੀ ਮੰਦ ਬੁੱਧੀ ਹੈ, ਮੈਂ ਹੈਰਾਨ ਹੈ। ਉਹ ਲੋਕ ਆਪਣੇ ਆਪ ਨੂੰ ਸਮਝਦੇ ਅਸੀਂ ਪੜ੍ਹੇ ਲਿਖੇ ਵਾਲੇ ਆ, ਕਿ ਇਹਨਾਂ ਦਾ ਹਾਲ ਕੀ ਹੋਊਗਾ। ਇਹ ਇੱਕ ਉਹ ਕਹਿੰਦਾ ਜੀ ਆ ਅਰਥ ਕੀਤੇ ਵੇ ਆ, ਉਹਨੇ ਨੈਟ ਤੋਂ ਕੱਢ ਕੇ ਪਾ ਲਈ ਪੋਸਟ। ਉਹ ਆਉਂਦਾ ਜਪਜੀ ਸਾਹਿਬ ਦਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਉਹਦੇ ਚਾਹ ਦੇਖੋ ਜੀ, ਇਹ ਵੀ ਅਖੇ RSS ਦੀ ਚਾਲ ਹੈ, ਚ ਮੋਦੀ ਨਾ ਪਾਤਾ। ਉਹ ਅਰਥ ਕਰਨਾ ਲਿਖਿਆ ਵੀ ਇੱਕ ਸੰਸਾਰੀ ਹੈ, ਇੱਕ ਭੰਡਾਰੀ ਮੋਦੀ ਹੈ। ਹੁਣ ਮੋਦੀ ਦਾ ਅਰਥ ਹੈ ਜਿਹੜਾ ਉਹ ਜਿਹੜਾ ਭੰਡਾਰੇ ਖਜ਼ਾਨੇ ਦਾ ਵਰਤਾਉਣ ਵਾਲਾ। ਉਹ ਹੁਣ ਜੇ ਤਾਂ ਗੁਰੂ ਗ੍ਰੰਥ ਸਾਹਿਬ ਸਿੱਧਾ ਵੀ ਆਉਂਦਾ, ਮੋਦੀ ਕੇ ਘਰ ਖਾਣਾ ਪਾਖਾ ਵਾਕਾ ਲੜਕਾ ਮਾਰਿਆ ਥਾ, ਗੁਰੂ ਗ੍ਰੰਥ ਸਾਹਿਬ ਚ ਤੋਕ ਆਉਂਦੀ ਹੈ। ਤੇ ਕੱਲ ਨੂੰ ਕਹਿਣਗੇ ਇਹ ਚ ਮੋਦੀ ਦਾ ਨਾਂ। ਹੁਣ 3500 ਤਾਂ ਮਨਮੋਹਨ ਨਾਂ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਚ, ਤੇ ਕੱਲ ਨੂੰ ਉੱਠ ਕੇ ਕਹਿ ਮਨਮੋਹਨ ਸਿੰਘ ਆਉਂਦਾ। ਗੁਰੂ ਗ੍ਰੰਥ ਸਾਹਿਬ ਤਾਂ ਅਮਿਤ ਵੀ ਨਾਂ ਆਉਂਦਾ। ਫਿਰ ਇਹ ਤਾਂ ਕਹਿਣਗੇ ਦੇਸ਼ ਦੇ ਗ੍ਰਹਿ ਮੰਤਰੀ ਦਾ ਨਾਂ ਆ ਗਿਆ, ਵੀ ਕੱਢੋ। ਆ ਕਿੰਨਾ ਕੁਝ ਚੱਲਦਾ ਹੈ। ਜਿਹੜਾ ਹੁਣ ਚੈਨਲ ਚਲਾਇਆ ਸ਼੍ਰੋਮਣੀ ਕਮੇਟੀ ਨੇ, ਇਹਦਾ ਨਾਂ ਪਹਿਲਾਂ ਲਿਖਿਆ ਸੀ ਸ੍ਰੀ ਹਰਮੰਦਰ ਸਾਹਿਬ। ਇਹ ਤਾਂ ਜੀ ਹਰਮੰਦਰ, ਆ ਤਾਂ ਮੰਦਰ ਸ਼ਬਦ ਆ ਗਿਆ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਵਾਰ ਹਰਮੰਦਰ ਆ, ਕਹੇ ਨਹੀਂ ਜੀ ਦਰਬਾਰ ਸਾਹਿਬ ਕਹੋ। ਤੇ ਮੈਂ ਕਿਹਾ ਵੀ ਕੱਲ ਨੂੰ ਇਹਨਾਂ ਨੂੰ ਦਰਬਾਰ ਤੇ ਵੀ ਹੋ ਜਾਣਾ। ਹਿੰਦੂ ਤਾਂ ਇਹ ਵੀ ਲਾਉਂਦੇ ਬੋਲ ਸਾਚੇ ਦਰਬਾਰ ਕੀ, ਜਾਂ ਤੁਸੀਂ ਤਾਂ ਕਹੋਗੇ ਇਹ ਵੀ ਹਿੰਦੂਆਂ ਦਾ। ਇੰਨੀ ਮੰਦ ਬੁੱਧੀ ਲੋਕਾਂ ਦੀ, ਹੈਰਾਨੀ ਹੁੰਦੀ ਹੈ ਕਿ ਇਹ ਕੁਛ ਤੇ ਸਮਝਣਾ ਆਪਣੇ ਆਪ ਨੂੰ ਬਹੁਤ ਅਗਾਂਹ ਵਧੂ। ਅਸਲ ਵਿੱਚ ਇਹ ਇੱਕ ਤਰ੍ਹਾਂ ਦੇ ਨਾਲ ਨਾ ਬੜੀ ਗਹਿਰੀ ਸਾਜ਼ਿਸ਼ ਹੈ, ਤੇ ਮੰਦ ਬੁੱਧੀ ਲੋਕ ਉਹਦੇ ਮਗਰ ਲੱਗ ਜਾਂਦੇ ਆ। ਗੁਰਮੁਖੋ ਇਹ ਤਾਂ ਹੁਣ ਲਲੇਰ ਹੋਇਆ ਜਾਂ ਕੋਈ ਕਮਲ, ਚਰਨ ਕਮਲ, ਕਿੰਨੀ ਇਤਿਹਾਸ ਵਿੱਚ ਤਾਂ ਚੰਦਰਮਾ ਔਰ ਕਮਲ ਦਾ ਬਾਰ-ਬਾਰ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਤੋ ਇਹ ਜੀਆਂ ਗੱਲਾਂ ਜਿਹੜੀਆਂ ਦਾ ਕੋਈ ਫਾਇਦਾ ਨਹੀਂ। ਬੰਧਨ ਪਗਨ ਸਰੋਜ ਕੋ ਬਿਗਨ ਤੇ ਕਰ ਰਾਚ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਤੇ ਕਵੀ ਸੰਤ ਰੇਣ ਜੀ ਕਹਿੰਦੇ, ਭਾਈ ਮੇਰੀ ਬੰਦਨਾ ਹੈ ਬਿਗਨਨ ਤੇ ਕਰ ਰਾਚ। ਜੋ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਚਰਨ ਕਮਲ ਬਿਗਨਾਂ ਤੋਂ ਰੱਖਿਆ ਕਰਦੇ ਹਨ। ਬਿੰਦ ਨੀਰ ਪਦ ਪਰਮ ਕੀ ਪ੍ਰਾਪਤ ਸੁਖ ਅਰਬਿੰਦ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਬਿੰਦ ਨੀਰ ਪਦ ਪਰਮ ਕੀ। ਜੋ ਭਾਈ ਜਿਵੇਂ ਇੱਕ ਬਿੰਦ ਬੂੰਦ ਵੀ ਜਿਹੜੀ ਹੈ ਜਲ ਦੀ, ਪਦ ਪਰਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਇੱਕ ਭਾਈ ਚਰਨਾਂ ਨੂੰ ਲੱਗੀ ਬਿੰਦ ਨੀਰ ਜਾਂ ਥੋੜਾ ਜਿਹਾ ਜਲ, ਪਦ ਪਰਮ, ਜੋ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਪ੍ਰਾਪਤ ਹੋਇਆ। ਪ੍ਰਾਪਤ ਸੁਖ ਅਰਬਿੰਦ। ਐਸੇ ਭਾਈ ਪਰਮ ਪਦ ਦੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨਾਲ ਜੁੜਿਆ। ਪੁਰਹੋ ਇਛ ਨਿਜ ਦਾਸ ਕੀ ਸ੍ਰੀ ਗੁਰ ਹਰਗੋਬਿੰਦ। ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਬੇਨਤੀ ਹੈ। ਸੰਤ ਰੇਣ ਪ੍ਰੇਮ ਸਿੰਘ ਕਹਿੰਦੇ ਆਪਣੇ ਸੇਵਕ ਦੀ ਤੁਸੀਂ ਮਹਾਰਾਜ ਇੱਛਾ ਪੂਰੀ ਕਰ ਦਿਓ, ਤੇ ਆਪ ਜੀ ਆਪਣੇ ਸੇਵਕਾਂ ਦੀ ਇੱਛਾ ਪੂਰੀ ਕਰਦੇ ਹੋ।
ਰਾਏ ਜਗਤ ਕੇ ਅਵਤਰੇ, ਸੁਖ ਉਪਜੇ ਭਜ ਨਾਏ। ਫਿਰ ਅੱਗੇ ਜੋ ਭਾਈ ਜਗਤ ਦੇ ਰਾਜਾ ਰੂਪ ਅਵਤਾਰ ਹੋਏ, ਤੇ ਰਾਏ ਦਾ ਅਰਥ ਪ੍ਰਕਾਸ਼ ਵੀ ਹੈ, ਸਾਰੇ ਜਗਤ ਵਿੱਚ ਪ੍ਰਕਾਸ਼ ਕਰਨ ਵਾਲੇ ਗੁਰੂ ਹਰਿ ਸਾਹਿਬ ਜੀ ਦਾ ਅਵਤਾਰ ਹੋਇਆ। ਸੁਖ ਉਪਜੇ ਭਜ ਨਾਏ, ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਹੀ ਸੁਖ ਪੈਦਾ ਹੁੰਦੇ ਹਨ। ਨਾਏ ਸੀਸ ਕਰ ਬੰਦਨਾ, ਜੈ ਜੈ ਸ੍ਰੀ ਹਰਿ ਰਾਏ। ਐਸੇ ਭਾਈ ਸਤਵੇਂ ਪਾਤਸ਼ਾਹ ਜੀ ਨੂੰ ਨਾਏ ਸੀਸ ਕਰ ਬੰਦਨਾ, ਮੈਂ ਸੀਸ ਨਵਾ ਕੇ ਬੰਦਨਾ ਕਰਦਾ ਹੈ। ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਦੀ ਜੈ ਜੈਕਾਰ ਹੈ। ਕ੍ਰਿਸ਼ਨ ਹਿਰਦਾ ਉਜਲ ਕਰਹਿ, ਕਾਲ ਮਲ ਤੇਜੇ ਕ੍ਰਿਸ਼ਨ। ਕ੍ਰਿਸ਼ਨ ਦੇ ਜਿਹੜੇ ਅਰਥ ਨੇ ਗੁਰਮੁਖੋ, ਇਹ ਕਈ ਨੇ। ਕ੍ਰਿਸ਼ਨ ਦਾ ਅਰਥ ਜਿਹੜਾ ਹੈ, ਜਿਵੇਂ ਕਾਲਖ ਵੀ ਹੈ, ਕ੍ਰਿਸ਼ਨ ਦਾ ਅਰਥ ਉਹ ਵੀ ਜਿਹਦੇ ਅੰਦਰ ਖਿੱਚ ਹੈ, ਜੋ ਖਿੱਚਣ ਦੀ ਸ਼ਕਤੀ ਰੱਖਦਾ, ਆਕਰਸ਼ਿਤ ਕਰਨ ਦੀ ਤਾਕਤ ਹੈ। ਜਿਵੇਂ ਆਪਾਂ ਕਹਿੰਦੇ ਵੀ ਉਹ ਚੀਜ਼ ਤਾਂ ਖਿੱਚਦੀ ਹੈ, ਧਿਆਨ ਖਿੱਚਣਾ ਕਿਸੇ ਦਾ, ਆ ਫਲਾਣੇ ਦਾ ਚਿਹਰਾ ਜਿਹੜਾ ਉਹ ਖਿੱਚਦਾ ਹੈ, ਆਕਰਸ਼ਿਤ ਕਰਦਾ ਹੈ, ਮਜਬੂਰ ਕਰਦਾ ਆਪਣੇ ਵੱਲ ਨੂੰ ਦੇਖਣ ਲਈ। ਕੋਈ ਐਸੀ ਜਗ੍ਹਾ ਜਿਹੜੀ ਦੇਖਣ ਲਈ ਮਜਬੂਰ ਕਰ ਦੇਵੇ ਮੇਰੇ ਵੱਲ ਵੀ। ਕ੍ਰਿਸ਼ਨ ਜਿਸ ਦੇ ਅੰਦਰ ਆਕਰਸ਼ਿਤ ਹੈ, ਖਿੱਚਣ ਦਾ ਮਾਦਾ ਹੈ। ਕ੍ਰਿਸ਼ਨ ਹਿਰਦਾ ਉਜਲ ਕਰਹਿ, ਜਿਹੜਾ ਹਿਰਦਾ ਭਾਈ ਕਾਲਾ ਕਾਲਖ ਹੈ। ਹੁਣ ਕ੍ਰਿਸ਼ਨ ਭਗਵਾਨ ਨੇ ਵੀ ਉਹਨਾਂ ਦਾ ਰੰਗ ਕਾਲਾ ਸੀ। ਕ੍ਰਿਸ਼ਨ ਹਿਰਦਾ ਉਜਲ ਕਰੈ, ਭਾਵ ਜਿਹਦਾ ਹਿਰਦਾ ਕਾਲਾ ਹੈ ਤੇ ਜੋ ਭਾਈ ਉਜਲ ਕਰ ਦਿੰਦਾ, ਉਸ ਨੂੰ ਪਵਿੱਤਰ ਕਰ ਦਿੰਦਾ ਹੈ। ਕੌਣ ਹੈ ਉਹ ਦੱਸਣਗੇ। ਜੋ ਭਾਈ ਉਜਲ ਕਰੇ, ਕਾਲਮਲ ਤੇਜੇ ਕ੍ਰਿਸ਼ਨ, ਜਿਹੜਾ ਭਾਈ ਕਲਹ ਕਲੇਸ਼ ਦੀ ਮੈਲ ਤੋਂ ਜੋ ਭਾਈ ਪਵਿੱਤਰ ਕਰਦਾ ਹੈ। ਬਿਸ਼ਨ ਰਹਿਤ ਬਿਸ਼ਿਆਨ ਕੀ, ਸਿਮਰ ਗੁਰੂ ਹਰਿ ਕ੍ਰਿਸ਼ਨ। ਬਿਸ਼ਨ ਰਹਿਤ ਬਿਸ਼ਿਆਨ ਕੀ, ਵਿਸ਼ਿਆਂ ਤੋਂ ਰਹਿਤ ਜਿਹੜਾ ਜੀਵਨ ਹੈ ਇਹ ਹੋ ਜਾਂਦਾ ਹੈ। ਕਿਵੇਂ ਹੋਊਗਾ? ਸਿਮਰ ਗੁਰੂ ਹਰਿ ਕ੍ਰਿਸ਼ਨ, ਸ੍ਰੀ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਜੀ ਨੂੰ ਸਿਮਰਿਆ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਤਿਗੁਰੂ, ਦੇ ਸਤਰਨ ਉਦ ਬੇਗ। ਫਿਰ ਅੱਗੇ ਆ ਗਏ ਭਾਈ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ, ਨੌਵੇਂ ਸਤਿਗੁਰੂ ਜੀ, ਜੋ ਦੁਸ਼ਮਣ ਨੂੰ ਵੀ ਦੇ ਸਤਰਨ ਉਦ ਬੇਗ, ਜੋ ਭਾਈ ਦੁਸ਼ਮਣ ਨੂੰ, ਬੈਰੀ ਨੂੰ, ਜਿਹੜਾ ਸ਼ਤਰੂ ਹੈ, ਉਸ ਨੂੰ ਵੀ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰ ਦਿੰਦੇ ਆ, ਉਹਦੇ ਤੇ ਵੀ, ਉਸ ਦਾ ਵੀ ਜਿਹੜਾ ਭਲਾ ਕਰ ਦਿੰਦੇ ਆ। ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦ ਬੇਗ, ਬੇਗ ਨਾਮ ਤੇਜੀ ਦਾ ਵੀ ਹੈ, ਜਿਹੜੇ ਭਾਈ ਦੁਸ਼ਮਣ ਨੂੰ ਵੀ ਤੇਜ ਬਖਸ਼ਦੇ ਹਨ। ਬੇਗ ਧਾਰ ਰੱਛੈ ਹੈ ਜਨਨ, ਗਿਰਾ ਦੁਸ਼ਟ ਪਰ ਤੇਗ। ਫਿਰ ਗੁਰੂ ਤੇਗ ਬਹਾਦਰ ਜੀ ਜਿਹੜੇ ਭਾਈ ਬੇਗ ਧਾਰ ਰੱਛੈ ਜਨਨ, ਆਪਣਿਆਂ ਸੇਵਕਾਂ ਦੀ ਤੇਜੀ ਧਾਰ ਕੇ ਬੜੀ ਤੇਜੀ ਨਾਲ ਰੱਖਿਆ ਕਰਦੇ ਐ। ਕਿਵੇਂ? ਦੇਖੋ, ਪੁਕਾਰਾਂ ਕਰਦੇ ਆਏ ਕਸ਼ਮੀਰੀ ਪੰਡਤ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਰੱਖਿਆ ਕਿ ਗਿਰਾ ਦੁਸ਼ਟ ਪਰ ਤੇਗ, ਜਿਨ੍ਹਾਂ ਦੀ ਬਾਣੀ ਦੁਸ਼ਟ ਦੇ ਉੱਤੇ ਤਲਵਾਰ ਦੀ ਨਿਆਈ ਹੈ। ਮਹਾਬਲੀ ਰਣ ਭੂਮ ਕੇ, ਛਤਰ ਮਿਰਗਨ ਕੋ ਸਿੰਘ। 10ਵੇਂ ਪਾਤਸ਼ਾਹ ਜਿਹੜੇ ਭਾਈ ਮੈਦਾਨੇ ਜੰਗ ਦੇ ਵਿੱਚ ਮਹਾਬਲੀ ਨੇ, ਮਹਾਬਲੀ ਰਣ ਭੂਮ ਕੇ, ਰਣ ਭੂਮੀ ਦੇ ਜੋ ਮਹਾਬਲੀ ਹੈ। ਛਤਰ ਮਿਰਗਨ ਕੋ ਸਿੰਘ, ਦੁਸ਼ਮਣ ਰੂਪੀ ਮਿਰਗਾਂ ਨੂੰ ਸ਼ੇਰ ਵਰਗੇ ਹਨ। ਸਿੰਘ ਪੰਥ ਕੋ ਮੂਲ ਦ੍ਰਿੜ, ਭਾਜ ਸ੍ਰੀ ਗੋਬਿੰਦ ਸਿੰਘ, ਜੋ ਕਿ ਸਿੰਘਾਂ ਦੇ ਪੰਥ ਦਾ ਮੂਲ ਹੈ। ਕਲਗੀਧਰ ਪਾਤਸ਼ਾਹ ਜੜ ਰੂਪ ਹੈ,
ਮੁੱਢ ਮੂਲ ਰੂਪ ਹੈ। ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਜਨ ਚੇਤੇ ਕਰ। ਪ੍ਰੇਮ ਹਰੀ ਤਬ ਪ੍ਰੇਮ ਸੋ ਕਹਿਤ ਭਇਓ ਇਹ ਭਾਏ। ਉਸ ਤੋਂ ਬਾਅਦ ਹੁਣ ਦੱਸਦੇ ਨੇ ਭਾਈ ਕਿ ਪ੍ਰੇਮ ਹਰੀ ਤਬ ਪ੍ਰੇਮ ਸੋ। ਜਿਹੜੇ ਬਾਬਾ ਪ੍ਰੇਮ ਸਿੰਘ ਬੇਦੀ ਹੈ ਉਹ ਬਹੁਤ ਪ੍ਰੇਮ ਨਾਲ ਕਹਿਤ ਭਇਓ ਇਹ ਭਾਏ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਸਾਨੂੰ ਇਸ ਤਰ੍ਹਾਂ ਭਾਵਨਾ ਨਾਲ ਅੱਗੇ ਕਹਿਣ ਲੱਗੇ, ਤੀਨ ਮਹਿਲ ਦਰਸ਼ਨ ਕਰੇ ਅਬ ਚੌਥੇ ਦਰਸਾਏ। ਤੇ ਹੁਣ ਤੁਸੀਂ ਇਤਿਹਾਸ ਦੇ ਵਿੱਚ 3 ਮਹੱਲਿਆਂ 3 ਗੁਰੂ ਸਾਹਿਬਾਂ ਦੇ ਸਾਨੂੰ ਦਰਸ਼ਨ ਕਰਵਾਤੇ। ਅਬ ਚੌਥੇ ਦਰਸਾਏ, ਹੁਣ ਕਿਰਪਾ ਕਰਕੇ ਚੌਥੇ ਪਾਤਸ਼ਾਹ ਦੇ ਵੀ ਦਰਸ਼ਨ ਕਰਵਾ ਦਿਓ। ਭਾਵ ਗੁਰਤਾ ਗੱਦੀ ਤੋਂ ਜਿਹੜਾ ਇਤਿਹਾਸ ਹੈ ਚੌਥੇ ਪਾਤਸ਼ਾਹ ਦਾ ਉਹ ਸਾਨੂੰ ਸੁਣਾਓ ਜੀ। ਵੇਦ ਬੰਸ ਅਵਤੰਸ ਜੀ ਪਰ ਉਪਕਾਰੀ ਬੁੱਧ। ਤਾਂ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੇਦ ਬੰਸ ਅਵਤੰਸ ਜੀ, ਇਹ ਬੇਦੀ ਬੰਸ ਦੇ ਮਹਾਨ, ਬੇਦੀ ਬੰਸ ਦੇ ਉਜਲ ਰੂਪ, ਬੇਦੀ ਬੰਸ ਦੇ ਅਵਿਤੰਸ ਚੰਦਰਮਾ ਸਰੂਪ, ਪਰਉਪਕਾਰੀ ਬੁੱਧ। ਤੇ ਬੁੱਧੀ ਕਰਕੇ ਤੁਸੀਂ ਜੋ ਪਰਉਪਕਾਰੀ ਹੋ। ਸੁਨੋ ਕਥਾ ਅਬ ਪ੍ਰੇਮ ਯੁਤ ਕਹੋ ਜਥਾ ਮਤ ਸੁਧ। ਤਾਂ ਪ੍ਰੇਮ ਸਹਿਤ ਹੁਣ ਅੱਗੇ ਕਥਾ ਸਰਵਣ ਕਰੋ। ਕਹੋ ਜਥਾ ਮਤ ਸੁਧ, ਜਿਹੋ ਜੀ ਮੇਰੀ ਮਤ ਨੂੰ ਸੋਝੀ ਹੈ। ਸੰਤ ਰੇਣ ਜੀ ਕਹਿੰਦੇ ਮੈਂ ਭਾਈ ਗੁਰੂ ਰਾਮਦਾਸ ਜੀ ਦੀ ਕਥਾ ਕਥਨ ਕਰਦਾ ਹਾਂ। ਦਰਸਾਵਹੁ ਚਤਰਥ ਮਹਲ ਸਤਿਗੁਰ ਸੁਜਸ ਵਿਸਾਲ। ਦਰਸਾਵਹੁ ਚਤਰਥ ਮਹਿਲ। ਹੁਣ ਭਾਈ ਚੌਥੇ ਮਹੱਲੇ ਦੇ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਵਾਉਂਦਾ ਹੈ। ਸਤਿਗੁਰੂ ਦਾ ਜੋ ਸ੍ਰੇਸ਼ਟ ਮਹਾਨ ਵੱਡਾ ਜਸ ਉਹ ਕਥਨ ਕਰਦਾ ਹਾਂ। ਨਮਸਕਾਰ ਕਰ ਸਭ ਗੁਰਨ ਬਿਗਨ ਬ੍ਰਿੰਦ ਕੋ ਟਾਲ। ਸਾਰੇ ਗੁਰੂ ਸਾਹਿਬਾਂ ਨੂੰ ਨਮਸਕਾਰ ਕਰਦਾ ਤੇ ਨਮਸਕਾਰ ਕਰਕੇ ਜਿੰਨੇ ਵੀ ਬਿਗਨ ਹਨ, ਬ੍ਰਿੰਦ ਕਹੀਏ ਬਹੁਤੇ, ਸਾਰੇ ਬਿਗਨਾਂ ਨੂੰ ਜੋ ਭਾਈ ਜਿਹੜੀ ਨਮਸਕਾਰ ਹੈ ਗੁਰੂ ਨੂੰ ਕਰਨੀ, ਇਹ ਸਾਰੇ ਬਿਗਨਾਂ ਨੂੰ ਨਾਸ਼ ਕਰ ਦਿੰਦੀ ਹੈ। ਸਾਰੇ ਬਿਗਨਾਂ ਨੂੰ ਦੂਰ ਕਰਕੇ ਟਾਲ ਕੇ ਰਾਮਦਾਸ ਸ੍ਰੀ ਸਤਿਗੁਰੂ ਨਿਜ ਰਚਪੁਰ ਕੇ ਮਾਹੇ। ਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਮਿਲਣ ਤੋਂ ਬਾਅਦ ਜਿਹੜਾ ਫਿਰ ਆਪਣਾ ਨਿਜ ਰਚਪੁਰ ਕੇ ਮਾਹੇ, ਆਪਣੇ ਰਚੇ ਹੋਏ ਨਗਰ ਦੇ ਵਿੱਚ ਜਾਮ ਢੇੜ ਤੇ ਉੱਠੇ ਪ੍ਰਭ ਪਾਵਨ ਅੰਬ ਨਹਾਹੇ। ਜਾਮ ਡੇਢ ਪਹਿਰ ਰਾਤ ਰਹਿੰਦੀ ਸਤਿਗੁਰੂ ਜੀ ਉੱਠੇ ਐ ਤੇ ਪਵਿੱਤਰ ਅੰਬ ਨਾਮ ਜਲ ਦਾ, ਪਵਿੱਤਰ ਜਲ ਦੇ ਨਾਲ ਸਤਿਗੁਰਾਂ ਨੇ ਇਸ਼ਨਾਨ ਕੀਤਾ। ਚੌਪਈ ਨਿਜਾਨੰਦ ਪੁਨ ਸਥਿਤ ਭਏ। ਤੇ ਫਿਰ ਸਤਿਗੁਰੂ ਜੀ ਆਪਣੇ ਨਿਜਾਨੰਦ ਬ੍ਰਹਮ ਦੇ ਵਿੱਚ ਸੁਰਤੀ ਕਰਕੇ ਟਿਕ ਗਏ। ਭਾ ਪੁਨ ਸਾਰ ਸਮਾਧ ਤਜਏ। ਤੇ ਜਦੋਂ ਸਵੇਰ ਹੋਈ ਹੈ, ਦਿਨ ਚੜੇ, ਫਿਰ ਮਹਾਰਾਜ ਨੇ ਸਮਾਧੀ ਨੂੰ ਛੱਡਿਆ ਹੈ। ਸੁੰਦਰ ਬਸਤਰ ਤਨ ਪਹਿਰਾਏ। ਸੋਹਣੇ ਸੁੰਦਰ ਬਸਤਰ ਸਰੀਰ ਤੇ ਪਹਿਨੇ ਹਨ। ਇਤ ਦਾਸਨ ਦੀਵਾਨ ਲਗਾਏ। ਇਧਰ ਸੇਵਕਾਂ ਨੇ ਦੀਵਾਨ ਸਜਾ ਦਿੱਤਾ ਹੈ। ਸ੍ਰੀ ਬ੍ਰਿਧ ਬੜ ਮਸਨੰਦ ਬਿਛਾਇਓ। ਤੋ ਸੁਭਾਏਮਾਨ ਬਾਬਾ ਬੁੱਢਾ ਜੀ ਸ੍ਰੀ ਬ੍ਰਿਧ ਬੜ ਮਸਨੰਦ ਬਿਛਾਇਓ। ਮਸਨੰਦ ਕਹੀਏ ਗੱਦਾ, ਗੱਦੀ। ਇਹ ਮਸੰਦ ਸ਼ਬਦ ਵੀ ਮਸਨੰਦ ਤੋਂ ਹੀ ਬਣਿਆ, ਗੱਦੀਦਾਰ। ਬਾਬਾ ਬੁੱਢਾ ਜੀ ਨੇ ਇੱਕ ਵੱਡਾ ਭਾਈ ਗੱਦਾ ਜੋ ਹੈ ਆਸਣ ਮਹਾਰਾਜ ਦਾ ਉਹ ਵਿਛਾਇਆ ਹੈ।
ਸੁੰਦਰ ਉਪਾਧਾਨ ਠਹਿਰਾਇਓ। ਉਪਾਧਾਨ ਸਰਾਣੇ ਨੂੰ ਕਹਿੰਦੇ, ਸੋਹਣੇ ਸੁੰਦਰ ਜਿਹਦੇ ਤੇ ਸਰਹਾਣੇ ਰੱਖੇ ਹਨ। ਸਿੱਖ ਗੁਰੂ ਪੁਰਬਨ ਕੇ ਜੋਏ, ਜੋ ਭਾਈ ਪਹਿਲੇ ਗੁਰੂਆਂ ਦੇ ਸਿੱਖ ਗੁਰੂ ਪੁਰਬਨ ਕੇ, ਪਹਿਲੇ ਗੁਰੂ ਸਾਹਿਬਾਨਾਂ ਦੇ ਸਮੇਂ ਦੇ ਜੋ ਸਿੱਖ ਨੇ। ਸੁਨੇ ਗੁਰੂ ਚਤਰਥ ਥਲ ਹੋਏ, ਉਹਨਾਂ ਵੀ ਸੁਣਿਆ ਕਿ ਗੁਰੂ ਰਾਮਦਾਸ ਮਹਾਰਾਜ ਹੁਣ ਚੌਥੇ ਥਾਂ ਤੇ ਸਤਿਗੁਰੂ ਹਨ। ਆਵਤ ਭੇ ਗੁਰਪੁਰ ਦਿਸ ਚਾਰ, ਚਾਰੋਂ ਦਿਸ਼ਾਂ ਤੋਂ ਗੁਰਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆ ਰਹੇ ਨੇ। ਦਰਸ਼ਨ ਹੇਤ ਸਤਿਗੁਰੂ ਬਾਰ, ਸਤਿਗੁਰੂ ਦੇ ਸੁੰਦਰ ਦਰਸ਼ਨ ਕਰਨ ਵਾਸਤੇ ਆਏ ਰਜਾਦਾ ਥਿਰ ਦਰਬਾਰ। ਤੋ ਭਾਈ ਮਰਦਾਨਾ ਜੀ ਦਾ ਪੁੱਤਰ ਬਾਬਾ ਰਜਾਦਾ ਜੀ, ਉਹ ਭਾਈ ਰਬਾਬੀ ਗੁਰੂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਆ ਗਿਆ ਹੈ। ਗਾਇਨ ਕਰੈ ਸੋ ਆਸਾ ਵਾਰ, ਜੋ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰਦਾ ਹੈ। ਤਬ ਸ੍ਰੀ ਰਾਮਦਾਸ ਸੁਖ ਸਾਰ, ਤਦ ਸ੍ਰੀ ਗੁਰੂ ਰਾਮਦਾਸ ਜੋ ਸੁੱਖਾਂ ਦਾ ਸਾਰ ਨੇ। ਆਵਤ ਭੇ ਨਿਜ ਸੁਠ ਦਰਬਾਰ, ਹੁਣ ਭਾਈ ਆਪਣੇ ਸੋਹਣੇ ਸੁੰਦਰ ਦਰਬਾਰ ਵਿੱਚ ਆ ਰਹੇ ਹਨ। ਵੇਖ ਗੁਰ ਉਠਤ ਭਈ ਸਭ ਸੰਗਤ, ਤਾਂ ਵੇਖ ਕੇ ਗੁਰੂ ਸਾਹਿਬ ਨੂੰ ਸਾਰੀ ਸੰਗਤ ਉੱਠੀ ਹੈ। ਕਰੀ ਪ੍ਰਣਾਮ ਦੋ ਕਰ ਵੰਦਤ, ਦੋਵੇਂ ਹੱਥ ਜੋੜ ਕੇ ਨਮਸਕਾਰ ਪ੍ਰਣਾਮ ਕਰਦੇ ਹਨ। ਸਤਿਗੁਰ ਤਖਤੈ ਕਰ ਪ੍ਰਣਾਮ, ਗੁਰੂ ਸਾਹਿਬ ਨੇ ਵੀ ਜੋ ਗੁਰਤਾ ਗੱਦੀ ਤਖਤ ਉਸ ਨੂੰ ਪ੍ਰਣਾਮ ਨਮਸਕਾਰ ਕੀਤੀ। ਬੈਠਤ ਭੇ ਸੋਭਾ ਅਬਿਰਾਮ, ਫਿਰ ਸਤਿਗੁਰੂ ਰਾਮਦਾਸ ਜੀ ਬੈਠ ਗਏ ਜਿਨ੍ਹਾਂ ਦੀ ਸੋਹਣੀ ਸੁੰਦਰ ਸੋਭਾ ਹੈ। ਦੋਹਰਾ ਸਿੰਘਾਸਨ ਸੰਤੋਖ ਪਰ, ਸਤ ਛਤਰ ਅਬਰਾਮ। ਇਹ ਜਾਣੋ ਕਿ ਸੰਤੋਖ ਦਾ ਸਿੰਘਾਸਣ ਹੈ, ਤੇ ਸੰਤੋਖ ਦੇ ਸਿੰਘਾਸਣ ਉੱਤੇ ਸਤ ਛਤਰ ਅਬਰਾਮ, ਸਤ ਸੱਚ ਰੂਪੀ ਸੋਹਣਾ ਸੁੰਦਰ ਛਤਰ ਹੈ। ਸਤ ਨਾਮ ਝੰਡਾ ਝੁਲਤ, ਰਾਜਤ ਸਤਿਗੁਰ ਰਾਮ। ਫਿਰ ਸਤ ਨਾਮ ਸੱਚੇ ਨਾਮ ਦਾ ਝੰਡਾ ਝੂਲਦਾ। ਰਾਜਤ ਰਾਜਾ ਰੂਪ ਸਤਿਗੁਰੂ ਰਾਮਦਾਸ ਮਹਾਰਾਜ ਜੀ ਉਹ ਸਿੰਘਾਸਣ ਤੇ ਬੈਠੇ ਹਨ। ਲక్ష్ਮੀ ਭਗਤ ਵਿਸਾਲ ਤੇ, ਗਿਆਨ ਮੁਕਟ ਅਬਿਰਾਮ। ਫਿਰ ਭਾਈ ਜਿਹੜੀ ਲక్ష్ਮੀ ਰੂਪ ਹੈ, ਜਿਵੇਂ ਲక్ష్ਮੀ ਚਰਨ ਝੱਸਦੀ ਹੈ, ਇਹ ਜਾਣੋ ਕਿ ਭਗਤੀ ਮਹਾਨ ਜੋ ਭਗਤੀ ਹੈ ਉਹ ਲక్ష్ਮੀ ਰੂਪ ਹੈ। ਗਿਆਨ ਮੁਕਟ ਅਬਿਰਾਮ, ਤੇ ਗਿਆਨ ਰੂਪੀ ਸੋਹਣਾ ਸੁੰਦਰ ਮੁਕਟ ਹੈ। ਪੂਰਨ ਸਿੱਖ ਸੁਭ ਮਤ ਸਚਵ, ਰਾਜਤ ਸਤਿਗੁਰ ਰਾਮ। ਪੂਰਨ ਸਿੱਖ ਸੁਭ ਮਤ ਸਚਵ, ਜਿਹੜੇ ਭਾਈ ਸ਼ੁਭ ਮਤ ਵਾਲੇ ਪੂਰਨ ਗੁਰਸਿੱਖ ਹੈ ਉਹ ਸਚਵ ਰੂਪ ਹੈ, ਵਜ਼ੀਰ ਰੂਪ ਨੇ। ਰਾਜਤ ਸਤਿਗੁਰ ਰਾਮ, ਸਤਿਗੁਰੂ ਰਾਮਦਾਸ ਮਹਾਰਾਜ ਰਾਜਾ ਰੂਪ ਨੇ। ਸਾਰ ਅਸਾਰ ਵਿਚਾਰ ਬਰ, ਚਤਰੰਗਨ ਅਬਿਰਾਮ। ਫਿਰ ਸਾਰ ਅਸਾਰ, ਸਾਰ ਕੀਏ ਸੱਚ, ਚੰਗਾ ਮਾੜਾ ਬੁਰਾ ਭਲਾ, ਇਹ ਜਿੰਨਾ ਵੀ ਹੈ। ਸਾਰ ਅਸਾਰ ਵਿਚਾਰ ਬਰ, ਤੇ ਸਾਰ ਸਹੀ ਕੀ ਹੈ, ਅਸਾਰ ਗਲਤ ਕੀ ਹੈ, ਬੁਰਾ ਕੀ ਹੈ, ਭਲਾ ਕੀ ਹੈ। ਇਹ ਸ਼ੁਭ ਵਿਚਾਰ ਤੇ ਬਰ ਸ੍ਰੇਸ਼ਟ ਬਰ। ਚਤਰੰਗਨ ਅਬਿਰਾਮ, ਇਹ ਜਾਣੋ ਕਿ ਸੋਹਣੇ ਸੁੰਦਰ ਚਤਰੰਗਨ, ਚਾਰ ਤਰ੍ਹਾਂ ਦੀ ਫੌਜ ਹੈ। ਜਿਵੇਂ ਪ੍ਰਾਤਨ ਸਮਿਆਂ ਵਿੱਚ ਜਿਹੜੀ ਫੌਜ ਸੀ ਉਹਨੂੰ ਚਾਰ ਰੂਪ ਨੇ, ਜਿਵੇਂ ਹੁਣ ਫੌਜ ਦੇ 3 ਰੂਪ ਹਨ।
ਇੱਕ ਜਿਹੜੀ ਹੈ 에ਅਰ ਫੋਰਸ ਹੋ ਗਈ, ਹਵਾ ਦੇ ਵਿੱਚ ਕੰਮ ਕਰਨਾ ਜਿਨ੍ਹਾਂ ਨੇ ਜਹਾਜ਼ਾਂ ਰਾਹੀਂ, ਤੇ ਇੱਕ ਜਿਹਨੂੰ ਆਪਾਂ ਨੇਵੀ ਕਹਿੰਦੇ, ਪਾਣੀ 'ਚ ਜਾਣ ਵਾਲੇ ਜਿਹਨੇ ਜਹਾਜ਼ ਨੇ ਉਹਦੇ ਵਿੱਚ ਜਿੰਨੀ ਫੌਜ, ਤੇ ਇੱਕ ਦੂਜੀ ਹੋ ਗਈ ਜਿਹੜੀ ਥਲ ਸੈਨਾ ਕਹਿੰਦੇ, ਧਰਤੀ ਤੇ ਵਿਚਰ ਕੇ। 3 ਤਰ੍ਹਾਂ ਦੀ ਹੈ। ਪਹਿਲੇ ਸਮਿਆਂ ਵਿੱਚ ਉਹ 4 ਤਰ੍ਹਾਂ ਦੀ ਫੌਜ ਹੁੰਦੀ ਸੀ। ਇੱਕ ਪੈਦਲ ਫੌਜ, ਇੱਕ ਜਿਵੇਂ ਕੋਈ ਊਠਾਂ ਤੇ ਘੋੜਿਆਂ ਵਾਲੀ, ਵੱਖ-ਵੱਖ ਫੌਜਾਂ, ਇਹਨੂੰ ਚਤਰੰਗਨ ਸੈਨਾ ਕਿਹਾ ਜਾਂਦਾ ਸੀ। ਇਹ ਜਾਣੋ ਭਾਈ ਭਲਾ ਬੁਰਾ ਸ੍ਰੇਸ਼ਟ ਵਿਚਾਰ ਸਭ ਚਤਰੰਗਨ, 4 ਤਰ੍ਹਾਂ ਦੀ ਸੁੰਦਰ ਫੌਜ ਹੈ। ਨਸ਼ਟ ਕਰਤ ਅਗਿਆਨ ਦਲ, ਰਾਜਤ ਸਤਿਗੁਰ ਰਾਮ। ਤੇ ਅਗਿਆਨ ਰੂਪੀ ਦਲ ਨੂੰ ਇਹ ਨਸ਼ਟ ਕਰਦੇ ਆ। ਅਗਿਆਨ ਰੂਪੀ ਦਲ ਦਾ ਖਾਤਮਾ, ਦੁਸ਼ਮਣ ਅਗਿਆਨ, ਇਹ ਵੱਡਾ ਦਲ ਹੈ, ਇਹਨੂੰ ਨਾਸ਼ ਕਰਦੇ ਆ ਰਾਜਤ ਸਤਿਗੁਰ ਰਾਮ। ਰਾਜਾ ਰੂਪ ਸਤਿਗੁਰੂ ਗੁਰੂ ਰਾਮਦਾਸ ਜੀ। ਹੁਕਮ ਫਿਰੈ ਸਭ ਦੇਸ਼ ਪਰ, ਸਤ ਸੰਗਤ ਸਰੁਤ ਨਾਮ। ਸਾਰੇ ਦੇਸ਼ ਦੇ ਉੱਤੇ ਮਹਾਰਾਜ ਦਾ ਹੁਕਮ ਚੱਲਦਾ ਹੈ, ਸਾਰੀ ਜਗ੍ਹਾ ਤੇ ਹੀ ਹੈ। ਸਤ ਸੰਗਤ ਸਰੁਤ ਨਾਮ, ਜਿਹੜੀ ਸਤ ਸੰਗਤ ਹੈ ਉਹ ਭਾਈ ਨਾਮ ਸੁਣਦੀ ਹੈ। ਜਿਵੇਂ ਕਿ ਕੋਈ ਰਾਜੇ ਦਾ ਹੁਕਮ ਸੁਣਦਾ ਹੈ, ਗੁਰੂ ਸਾਹਿਬ ਦੀ ਸੰਗਤ ਪਰਮੇਸ਼ਰ ਦਾ ਨਾਮ ਸਰਵਣ ਕਰਦੀ। ਅਦਭੁਤ ਮਹਿਦ ਚਰਿਤਰ ਜਿਨ, ਰਾਜਤ ਸਤਿਗੁਰ ਰਾਮ। ਤੇ ਐਸੇ ਗੁਰੂ ਪਾਤਸ਼ਾਹ ਜੀ ਜਿਵੇਂ ਰਾਜਿਆਂ ਦੇ ਕੌਤਕ ਹੁੰਦੇ ਆ, ਚੋਜ, ਗੁਰੂ ਸਾਹਿਬ ਦੇ ਜਿਹੜੇ ਮਹਿਦ ਚਰਿੱਤਰ ਨੇ, ਭਾਵ ਵੱਡੇ ਭਾਈ ਜਿਹੜੇ ਕੌਤਕ ਹੈ ਉਹ ਅਦਭੁਤ ਨੇ, ਅਚਰਜ ਹਨ, ਬੜੇ ਸੁੰਦਰ ਨੇ। ਰਾਜਤ ਸਤਿਗੁਰ ਰਾਮ, ਤੇ ਰਾਜਾ ਰੂਪ ਸਤਿਗੁਰੂ ਗੁਰੂ ਰਾਮਦਾਸ ਜੀ। ਸਰਬ ਸੁਖਨ ਦਾਤਾ ਮਹਾ, ਨਿਜ ਦਾਸਨ ਅਬਿਰਾਮ। ਗੁਰੂ ਰਾਮਦਾਸ ਪਾਤਸ਼ਾਹ ਸਾਰੇ ਸੁੱਖਾਂ ਦੇ ਵੱਡੇ ਦਾਤੇ ਨੇ। ਨਿਜ ਦਾਸਨ, ਜੋ ਕਿ ਆਪਣੇ ਭਾਈ ਸੇਵਕਾਂ ਨੂੰ ਸੁੰਦਰ ਦਾਤਾਂ ਬਖਸ਼ਦੇ ਨੇ। ਪਰਉਪਕਾਰੀ ਸੁਜਸ ਯੁਤ, ਰਾਜਤ ਸਤਿਗੁਰ ਰਾਮ। ਐਸੇ ਭਾਈ ਪਰਉਪਕਾਰੀ ਨੇ ਤੇ ਸ੍ਰੇਸ਼ਟ ਜਸ ਮਹਿਮਾ ਦੇ ਸਹਿਤ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਰਾਜਾ ਰੂਪ ਹੈ। ਹੁਮ ਹੁਮਾਏ ਸਭ ਸਿੱਖ ਸੰਤ, ਆਏ ਸਤਿਗੁਰ ਧਾਮ। ਜਿੰਨੇ ਵੀ ਗੁਰੂ ਕੇ ਸਿੱਖ ਸੰਤ ਸਾਧੂ ਗੁਰਮੁਖ ਹੈ, ਉਹ ਹੁਮ ਹੁਮਾ ਕੇ ਸਾਰੇ ਸਤਿਗੁਰੂ ਦੇ ਦਰ ਤੇ ਪਹੁੰਚੇ ਹਨ। ਦਰਸ਼ਨ ਭੇਟਾ ਦੇ ਚੱਲੇ, ਰਾਜਤ ਸਤਿਗੁਰ ਰਾਮ। ਤੇ ਦਰਸ਼ਨ ਕਰਦੇ ਆ ਭੇਟਾ ਦੇ ਕਰ, ਦਰਸ਼ਨ ਭੇਟਾ ਦੇ ਭਲੇ, ਰਾਜਤ ਸਤਿਗੁਰੂ ਰਾਮ। ਭਲੀ ਪ੍ਰਕਾਰ ਦਰਸ਼ਨ ਕਰਦੇ, ਭੇਟਾ ਰੱਖਦੇ ਰਾਜਾ ਰੂਪ ਸਤਿਗੁਰੂ ਰਾਮਦਾਸ ਪਾਤਸ਼ਾਹ ਅੱਗੇ। ਲਖਿਓ ਦੀਵਾਨ ਮਹਾਨ ਸੁਠ, ਪੇਖ ਗੁਰ ਚੰਦਰ ਸਮਾਨ। ਤੇ ਇਧਰ ਭਾਈ ਦੀਵਾਨ ਜਿਹੜਾ ਹੈ ਬਹੁਤ ਸੋਹਣਾ ਸੁੰਦਰ ਲੱਗਿਆ, ਇਸ ਤਰ੍ਹਾਂ ਵੇਖਿਆ ਜਾਣਿਆ। ਪੇਖ ਗੁਰ ਚੰਦਰ ਸਮਾਨ, ਚੰਦਰਮਾ ਵੱਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਆਏ, ਸੋਹਣਾ ਦੀਵਾਨ ਲੱਗਿਆ ਹੈ। ਸਿੱਖ ਚਕੋਰ ਉਪਦੇਸ਼ ਚਹਿ, ਰਾਜਤ ਸਤਿਗੁਰ ਰਾਮ। ਤੇ ਗੁਰੂ ਚੰਦਰਮਾ ਸਰੂਪ ਜਿਵੇਂ ਚਕੋਰ ਹੈ, ਉਹ ਚੰਦਰਮਾ ਵੱਲ ਹੀ ਆਪਣੀ ਨਿਗਾਹ ਟਿਕਾਉਂਦਾ ਹੈ ਨਾ। ਸਿੱਖ ਰੂਪੀ ਚਕੋਰ ਜਿਹੜੇ ਹੈ, ਇੱਕ ਟਕ ਮਹਾਰਾਜ ਵੱਲ ਵੇਖਦੇ ਹੈ, ਚਾਹੁੰਦੇ ਕੀ ਨੇ? ਉਪਦੇਸ਼ ਚਹਿ, ਉਪਦੇਸ਼ ਚਾਹੁੰਦੇ ਹੈ। ਰਾਜਤ ਸਤਿਗੁਰ ਰਾਮ, ਸਤਿਗੁਰੂ ਰਾਮਦਾਸ ਮਹਾਰਾਜੋਂ ਬਰਾਜੇ ਹੋਏ ਨੇ ਤੇ ਗੁਰੂ ਸਾਹਿਬ ਕੋਲੋਂ ਉਪਦੇਸ਼ ਦੀ ਚਾਹਨਾ ਕਰਦੇ। ਮਹਾਰਾਜ ਉਪਦੇਸ਼ ਦੇਣ। ਮੁਖ ਸਿੱਖਨ ਬਿਨਤੀ ਭਨੀ, ਹੇ ਗੁਰ ਕਰਣਾ ਧਾਮ।
ਮੁੱਖ ਸਿੱਖ ਨੇ, ਜਿਹੜੇ ਮੁਖੀ ਸਿੱਖ ਸਨ, ਉਹਨਾਂ ਨੇ ਫਿਰ ਬੇਨਤੀ ਕੀਤੀ ਵੀ ਹੇ ਗੁਰੂ ਸਾਹਿਬ, ਕਰਣਾ ਧਾਨ ਕਿਰਪਾ ਦੇ ਘਰ ਸਤਿਗੁਰੂ, ਕਰਣਾ ਕਰ ਉਪਦੇਸ਼ ਨਿਜ, ਦੇਹੋ ਜਾਨ ਨਿਜ ਸ਼ਾਮ। ਕਹਿੰਦੇ ਮਹਾਰਾਜ ਜੀ, ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਆਏ ਹੋਏ ਸਾਨੂੰ ਜਾਣ ਕਰਕੇ ਆਪਣਾ ਤੁਸੀਂ ਉਪਦੇਸ਼ ਦੇਵੋ। ਗੁਰੂ ਸਾਹਿਬ ਦੇ ਕੋਲੇ ਇਉਂ ਬੇਨਤੀ ਕਰਨੀ ਕਿ ਸਤਿਗੁਰੂ ਜੀ ਕਿਰਪਾ ਕਰਕੇ ਹੁਣ ਸਾਨੂੰ ਆਪਣਾ ਉਪਦੇਸ਼ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਨੇ। ਉਹ ਉਪਦੇਸ਼ ਗੁਰਬਾਣੀ ਵਿੱਚ ਮਹਾਰਾਜ ਨੇ ਜਿਹੜਾ ਉਹ ਸ਼ਬਦ ਉਚਾਰਨ ਕੀਤਾ ਤੇ ਸਤਿਗੁਰੂ ਨੂੰ ਜਦੋਂ ਬੇਨਤੀ ਕੀਤੀ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ, ਆਪਾਂ ਗੁਰੂ ਸਾਹਿਬ ਕੋਲ ਆਉਨੇ ਆ, ਗੁਰੂ ਮਹਾਰਾਜ ਨੂੰ ਬੇਨਤੀ ਕਰਨੀ ਕਿ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਵੀ ਉਪਦੇਸ਼ ਦੇਵੋ ਜੀ। ਤੇ ਮਹਾਰਾਜ ਫਿਰ ਸਾਨੂੰ ਉਪਦੇਸ਼ ਦਿੰਦੇ ਕਿ ਭਾਈ ਇਉਂ ਕਰਨਾ, ਆਹ ਕਰਮ ਤੁਸੀਂ ਕਰਿਆ ਕਰੋ, ਆਹ ਕਰਮ ਚੰਗੇ ਆ, ਆਹ ਕਰਮ ਮਾੜੇ ਹਨ। ਤੇ ਐਸਾ ਉਪਦੇਸ਼ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ। ਗੁਰੂ ਸਾਹਿਬ ਜੀ ਦਾ ਇਹ ਉਪਦੇਸ਼ ਆਪਾਂ ਜੀਵਨ ਵਿੱਚ ਧਾਰਨ ਕਰਨਾ। ਗੁਰੂ ਪਾਤਸ਼ਾਹ ਅੱਗੇ ਬੇਨਤੀ ਕੀਤੀ, ਕਰਨਾ ਕਰ ਉਪਦੇਸ਼ ਨਿਜ, ਦੇਹੋ ਜਾਨ ਨਿਜ ਸ਼ਾਮ। ਸਤਿਗੁਰੂ ਜੀ ਸ਼ਾਮ ਸਾਨੂੰ ਆਪਣੀ ਸ਼ਰਨ ਵਿੱਚ ਆਏ ਜਾਣ ਕਰਕੇ ਆਪਣਾ ਉਪਦੇਸ਼ ਦੇਵੋ ਜੀ। ਸੁਨ ਬਿਨਤੀ ਸ੍ਰੀ ਸਤਿਗੁਰੂ, ਅੰਮ੍ਰਿਤ ਬਚਨ ਉਚਾਰ। ਤੇ ਇਹ ਬੇਨਤੀ ਸੁਣ ਕਰਕੇ ਸ੍ਰੀ ਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ, ਜਿਹੜੇ ਗੁਰੂ ਦੇ ਬਚਨ ਨੇ, ਇਹ ਗੁਰੂ ਕੋ ਅੰਮ੍ਰਿਤ ਹੈ। ਗੁਰੂ ਦੇ ਬਚਨ ਜਿਹੜੇ ਹੈ ਇਹ ਅੰਮ੍ਰਿਤ ਰੂਪ ਨੇ। ਤੇ ਅੰਮ੍ਰਿਤ ਦਾ ਭਾਵ ਕੀ ਹੁੰਦਾ? ਜੋ ਮ੍ਰਿਤੂ ਤੋਂ ਰਹਿਤ ਕਰ ਦੇਵੇ, ਉਹ ਅੰਮ੍ਰਿਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ। ਅੰਮ੍ਰਿਤ ਪੀਵੋ ਸਦਾ ਥਿਰ ਜੀਵੋ। ਤੇ ਜਿਹੜਾ ਭਾਈ ਐਸਾ ਅੰਮ੍ਰਿਤ ਪੀ ਲੈਂਦਾ ਹੈ ਉਹ ਸਦਾ ਵਾਸਤੇ ਥਿਰ, ਹਮੇਸ਼ਾ ਲਈ ਭਾਵ ਸੰਸਾਰ ਤੇ ਜਿਉਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਇਉਂ ਕਿਰਪਾ ਕੀਤੀ। ਸਤਿਗੁਰੂ ਨੂੰ ਜਦੋਂ ਬੇਨਤੀ ਕੀਤੀ ਹੈ, ਬੇਨਤੀ ਸੁਣ ਕੇ ਸਤਿਗੁਰੂ ਅੰਮ੍ਰਿਤ ਬਚਨ ਉਚਾਰੇ ਹਨ। ਆਹੋ ਪਿਆਰੇ ਸਿੱਖ ਗਨ, ਸੁਨੋ ਸਭੈ ਨਿਰਧਾਰ। ਵੀ ਐ ਮੇਰੇ ਪਿਆਰੇ ਸਾਰੇ ਭਾਈ ਸਿੱਖੋ, ਸਾਰੇ ਤੁਸੀਂ ਪ੍ਰੇਮ ਸਹਿਤ ਇਉਂ ਆਪਣਾ ਹਿਰਦਾ ਗੁਰੂ ਮਹਾਰਾਜ ਦੇ ਚਰਨਾਂ 'ਚ ਜੋੜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਉਪਦੇਸ਼ ਸ਼ਬਦ ਸਰਵਣ ਕਰੋ। ਤੇ ਇਉਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਗੁਰਮੁਖਾਂ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਗੁਰਸਿੱਖੀ ਦੀ ਦਾਤ, ਗੁਰਸਿੱਖੀ ਦੀ ਰਹਿਣੀ ਕੀ ਹੈ, ਰਹਿਤਨਾਮਾ ਬਖਸ਼ੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਇਹ ਮੁਖੀ ਸਿੱਖਾਂ ਨੂੰ ਪ੍ਰਥਾਏ ਉਪਦੇਸ਼ ਦਿੰਦਿਆਂ ਸਾਰਿਆਂ ਹੀ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ। ਤੇ ਇਸੇ ਨੂੰ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਭਾਈ ਇਸ ਸਿਧਾਂਤ ਰੂਪ ਦੇ ਵਿੱਚ ਅਰਥ ਕਰਦਿਆਂ ਆਪਣੀਆਂ ਵਾਰਾਂ 'ਚ ਵੀ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ। ਧੰਨ ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦੇ ਰਹੇ ਹਨ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਚੌਥਾ। ਸ੍ਰੀ ਮੁਖ ਵਾਕ, ਇਹ ਸੁਹਾਏਮਾਨ ਮੁਖ ਦਾ ਵਾਕ ਹੈ, ਬਚਨ ਹੈ। ਪਹਿਲਾ ਸ਼ਲੋਕ ਆਉਂਦਾ, ਫਿਰ ਇਹ ਦੂਜਾ ਸ਼ਲੋਕ ਹੈ। ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹਨ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ। ਭਾਈ ਜੋ ਗੁਰ ਸਤਿਗੁਰ ਕਾ, ਗੁਰ ਵੀ ਆ ਗਿਆ, ਸਤਿਗੁਰ ਵੀ ਆ ਗਿਆ।
ਇੱਥੇ ਗੁਰ ਦਾ ਫਿਰ ਅਰਥ ਬਣ ਜਾਣਾ ਜੋ ਪੂਜਣ ਯੋਗ ਹੈ, ਪੂਜਨੀਕ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਜੋ ਭਾਈ ਪੂਜਨੀਕ ਸਤਿਗੁਰੂ ਜੀ ਦਾ, ਸੱਚੇ ਸਤਿਗੁਰੂ ਦਾ ਕੋਈ ਸਿੱਖ ਖਵਾਉਂਦਾ, ਪੁੱਛਦਾ ਤੂੰ, ਆਪਾਂ ਕਿਸੇ ਨੂੰ ਪੁੱਛੀਏ ਕਿਹਦਾ ਸਿੱਖ ਹੈ, ਉਹ ਕਹੇ ਮੈਂ ਗੁਰੂ ਦਾ ਸਿੱਖ ਹੈ, ਗੁਰੂ ਨਾਨਕ ਦੇ ਮਹਾਰਾਜ, ਗੁਰੂ ਕਲਗੀਧਰ, ਗੁਰੂ ਗ੍ਰੰਥ ਸਾਹਿਬ ਜੀ ਦਾ। ਅਗਰ ਉਹ ਸਿੱਖ ਅਖਵਾਉਂਦਾ ਹੈ ਤਾਂ ਅੱਗੇ ਉਹਦੀ ਰਹਿਤ ਕੈਸੀ ਹੋਣੀ ਚਾਹੀਦੀ ਹੈ ਉਹ ਦੱਸਦੇ ਆ। ਸੋ ਭਲ ਕੇ ਉੱਠ ਹਰ ਨਾਮ ਧਿਆਵੈ, ਉਹ ਭਲ ਕੇ ਉੱਠ ਕਰਕੇ ਭਾਈ ਹਰ ਰੋਜ਼ ਭਾਵ ਸਵੇਰੇ ਉੱਠ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਧਿਆਉਣਾ ਕਰੇ, ਜਪਣਾ ਕਰੇ, ਉਦਮ ਕਰੇ, ਭਲ ਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਾਰ ਨਹਾਵੈ, ਤੇ ਉਦਮ ਕਰੇ। ਹਰ ਰੋਜ਼ ਉੱਠਣਾ, ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰਨਾ, ਭਲ ਕੇ ਪ੍ਰਭਾਤੀ ਹਰੇਕ ਰੋਜ਼ ਉਦਮ ਨਾਲ ਉੱਠੂਗਾ। ਇਸ਼ਨਾਨ ਕਰੇ, ਅੰਮ੍ਰਿਤ ਸਾਰ ਨਹਾਵੈ। ਇਹਦੇ ਸੰਪਰਦਾ ਵਿੱਚ ਅਰਥ ਇਹ ਸਪਸ਼ਟ ਹੈ ਮਹਾਰਾਜ ਨੇ। ਪਹਿਲਾਂ ਭਾਈ ਖੂਹ ਆਦਿਕ ਤੋਂ ਇਸ਼ਨਾਨ ਕਰਨਾ, ਫਿਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇ। ਇਹ ਭਵਿੱਖ ਲਈ ਵੀ ਸਾਨੂੰ ਦੱਸਤਾ। ਤੇ ਫਿਰ ਭਾਈ ਇਸ਼ਨਾਨ ਕਰੇ, ਅੰਮ੍ਰਿਤ ਸਰ ਨਹਾਵੈ। ਪਹਿਲਾਂ ਉੱਠ ਕੇ ਇਸ਼ਨਾਨ ਕਰਨਾ, ਫਿਰ ਅੰਮ੍ਰਿਤ ਸਰ, ਅੰਮ੍ਰਿਤ ਰੂਪੀ ਸਰੋਵਰ ਇਸ਼ਨਾਨ ਕਰਨਾ ਹੈ। ਇਹ ਪਹਿਲੇ ਸਮਿਆਂ ਦੇ ਵਿੱਚ ਐਸਾ ਸੀ, ਇਹ ਭਵਿੱਖ ਦੇ ਵਿੱਚ ਹੀ ਮਹਾਰਾਜ ਨੇ ਦੱਸਤਾ ਸੀ ਕਿ ਭਾਈ ਆਉਣ ਵਾਲੇ ਸਮੇਂ 'ਚ ਅੰਮ੍ਰਿਤਸਰ ਸਰੋਵਰ ਬਣਨਾ, ਉਹਦੇ ਇਸ਼ਨਾਨ ਕਿਵੇਂ ਕਰਨਾ। ਤੇ ਜਿਹੜੇ ਹੁਣ ਆਲੇ ਦੁਆਲੇ ਨਿਯਮ ਸੀ ਸਰੋਵਰ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਹੁਣ ਤੱਕ ਚੱਲੇ ਆ ਰਹੇ ਆ। ਪਹਿਲਾਂ ਦੇਖੋ ਜਿਹੜੇ ਖੂਹ ਤੁਸੀਂ ਸੁਣਦੇ ਹੋ ਨਾ, ਕਿੰਨੇ ਖੂਹ ਆਲੇ ਦੁਆਲੇ ਲਾਏ ਗਏ ਸੀ, ਉਹ ਖੂਹਾਂ ਤੋਂ ਪਹਿਲਾਂ ਇਸ਼ਨਾਨ ਕਰਦੇ ਸੀ, ਫਿਰ ਅੰਮ੍ਰਿਤਸਰ ਸਰੋਵਰ ਵਿੱਚ। ਤੇ ਕਦੇ ਵੀ ਹੈ ਤੁਸੀਂ ਇਹ ਨਿਯਮ ਪਾਲਣਾ, ਅਗਰ ਇਸ਼ਨਾਨ ਕਰਦੇ ਹੋ ਸ੍ਰੀ ਅੰਮ੍ਰਿਤਸਰ ਜਾ ਕੇ ਤਾਂ ਪਹਿਲਾਂ ਗੁਰਮੁਖੋ ਟੂਟੀਆਂ ਹੁਣ ਨੇ, ਚਲੋ ਹੁਣ ਖੂਹ ਨਹੀਂ ਹੈ ਤਾਂ ਹੁਣ ਹੋਰ ਹੈਗਾ, ਉੱਥੇ ਇਸ਼ਨਾਨ ਕਰਕੇ ਫਿਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਇਹ ਜਗ੍ਹਾ ਫਿਰ ਅੰਮ੍ਰਿਤ ਰੂਪ ਜਿਹੜਾ ਜਲ ਹੈ, ਨਿਰਮਲ ਜਲ, ਇਸ਼ਨਾਨ ਕਰਨਾ। ਫਿਰ ਸਤਸੰਗ ਰੂਪੀ ਇਸ਼ਨਾਨ ਕਰਕੇ, ਹੁਣ ਕੋਈ ਕਹੇ ਵੀ ਅਸੀਂ ਦੂਰ ਰਹਿੰਦੇ ਹਾਂ, ਰੋਜ਼ ਕਿੱਥੋਂ ਇਸ਼ਨਾਨ ਕਰੀਏ ਜੀ ਅੰਮ੍ਰਿਤ, ਤਾਂ ਇਹਦਾ ਭਾਵ ਹੈ ਘਰੋਂ ਇਸ਼ਨਾਨ ਕੀਤਾ, ਅੰਮ੍ਰਿਤ ਸਰ ਨਹਾਵੈ, ਸਤਸੰਗ ਰੂਪੀ ਅੰਮ੍ਰਿਤ ਸਰੋਵਰ ਵਿੱਚ ਆਉਣਾ ਹੈ, ਇੱਥੇ ਇਸ਼ਨਾਨ ਕਰਨਾ। ਉਪਦੇਸ਼ ਗੁਰੂ ਦਾ ਜੋ ਨਾਮ, ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ, ਇਹਦੇ ਨਾਲ ਨਹਾਉਣਾ ਕਰੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਗੁਰੂ ਦਾ ਉਪਦੇਸ਼ ਗੁਰੂ ਇਹ ਧਾਰਨ ਕਰਕੇ ਹਰ ਹਰ ਜਪ ਜਾਪੈ, ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਨਾ, ਉਸ ਦੇ ਜਾਪ ਨੂੰ ਜਪਣਾ ਕਰੇ। ਕੀ ਹੋਊਗਾ? ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਸਾਰੇ ਭਾਈ ਕਿਲ ਵਿਖ ਇਹ ਜਾਣ ਲੋ ਨਿਸ਼ਚੇ ਸਹਿਤ ਕਿ ਜਿੰਨੇ ਵੀ ਬਿਖ ਰੂਪੀ ਪਾਪ ਹੈ, ਜ਼ਹਿਰ ਰੂਪੀ, ਉਹ ਸਾਰਿਆਂ ਦਾ ਦੋਸ਼ ਲੈ ਜਾਵੇਗਾ, ਭਾਵ ਦੋਸ਼ਾਂ ਰੂਪੀ ਮੈਲ ਦੂਰ ਹੋ ਜਾਵੇਗੀ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿਦਿਆ ਉੱਠਦਿਆ ਹਰ ਨਾਮ ਧਿਆਵੇ। ਫਿਰ ਚੜ੍ਹੇ ਦਿਨ ਗੁਰਬਾਣੀ ਗਾਏ, ਗੁਰਬਾਣੀ ਨੂੰ ਗਾਇਨ ਕਰਨਾ, ਕੀਰਤਨ ਰੂਪ ਆਸਾ ਦੀ ਵਾਰ ਦਾ ਜਾਪ ਕਰਨਾ ਮਨ ਇਕਾਗਰਤਾ ਸਹਿਤ, ਬਹਿੰਦਿਆਂ ਉੱਠਦੇ ਬਹਿੰਦੇ ਹਰ ਸਮੇਂ ਪਰਮੇਸ਼ਰ ਦਾ ਨਾਮ ਧਿਆਉਣਾ ਚਾਹੀਦਾ ਹੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਭਾਈ ਸਵਾਸ ਗਰਾਸ ਸਾਹ ਲੈਂਦਿਆਂ ਬਾਹਰ ਆਉਂਦਿਆਂ ਗਰਾਹੀ ਲੈਂਦਿਆਂ ਵੀ ਭੋਜਨ ਦੀ ਧਿਆਏ ਮੇਰਾ ਹਰ ਹਰ, ਜੋ ਹਰੀ ਸਭ ਨੂੰ ਹਰੇ ਭਰੇ ਕਰਨ ਵਾਲਾ ਉਸ ਵਾਹਿਗੁਰੂ ਨੂੰ ਧਿਆਵੇ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਉਹ ਗੁਰ ਸਿੱਖ ਗੁਰੂ ਦੇ ਮਨ ਨੂੰ ਭਾਵੇਗਾ, ਭਾਉਂਦਾ ਹੈ।
ਜਿਸਨੋ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਤੇ ਜਿਹਦੇ ਤੇ ਭਾਈ ਮੇਰਾ ਮਾਲਕ ਪਰਮੇਸ਼ਰ ਗੁਰੂ ਰਾਮਦਾਸ ਜੀ ਕਹਿੰਦੇ ਦਿਆਲ ਹੋ ਜਾਂਦਾ ਨਾ, ਮਿਹਰ ਹੋ ਜਾਂਦੀ ਹੈ, ਉਹ ਫਿਰ ਜਿਹੜਾ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਉਸ ਗੁਰਸਿੱਖ ਨੂੰ ਗੁਰੂ ਉਪਦੇਸ਼ ਸੁਣਾਉਂਦਾ। ਹਰੇਕ ਨਹੀਂ ਸੁਣ ਸਕਦਾ ਗੁਰੂ ਦਾ ਉਪਦੇਸ਼। ਜਿਹੜੇ ਕੋਈ ਸਤਸੰਗ ਕਰਦੇ ਜਾਣੋ ਪਰਮੇਸ਼ਰ ਦਿਆਲ ਹੋਇਆ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਹੋ ਜਿਹਾ ਗੁਰਸਿੱਖ ਜੀ ਨੇ ਗੁਰੂ ਕਾ ਉਪਦੇਸ਼ ਸਰਵਣ ਕਰ ਲਿਆ ਜੀ ਤੇ ਰੱਬ ਦਿਆਲੂ ਹੋਇਆ। ਮਹਾਰਾਜ ਕਹਿੰਦੇ ਭਾਈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਅਸੀਂ ਤਾਂ ਸੇਵਕ ਜਨ ਇਹੋ ਜਿਹੇ ਗੁਰਸਿੱਖਾਂ ਦੀ ਧੂੜੀ ਮੰਗਦੇ ਆ। ਕਿਹਨਾਂ ਦੀ? ਜੋ ਆਪ ਜਪੈ ਅਵਰਹਿ ਨਾਮ ਜਪਾਵੈ, ਜੋ ਆਪ ਪਰਮੇਸ਼ਰ ਦਾ ਨਾਮ ਜਪਦੇ ਐ ਤੇ ਹੋਰਾਂ ਨੂੰ ਭਾਈ ਨਾਮ ਜਪਾਉਂਦੇ ਹਨ। ਚੌਪਈ ਸ੍ਰੀ ਗੁਰਮੁਖ ਤੇ ਸੁਣਿ ਉਪਦੇਸ਼, ਸ੍ਰੀ ਗੁਰੂ ਮਹਾਰਾਜ ਦੇ ਮੁਖੋਂ ਇਹ ਉਪਦੇਸ਼ ਸੁਣ। ਸਰਬ ਭਏ ਜਨ ਭਾਗ ਵਿਸ਼ੇਸ਼, ਸਾਰਿਆਂ ਦੇ ਜਾਣੋ ਵੱਡੇ ਭਾਗ ਹੋ ਗਏ। ਸੰਗਤ ਕੇ ਮਨ ਚਾਮੀ ਕਰ ਹੈ, ਜਿਹੜਾ ਸੰਗਤਾਂ ਦਾ ਮਨ ਹੈ ਉਹ ਚਾਮੀ ਕਰ ਹੈ। ਇਉਂ ਭਾਈ ਚਾਮੀ ਕਰ ਕਹਿੰਦੇ ਨੇ ਸੋਨਾ ਰੂਪ ਹੈ। ਗੁਰ ਉਪਦੇਸ਼ ਰਤਨ ਸਮ ਸਰ ਹੈ, ਗੁਰੂ ਦਾ ਜਿਹੜਾ ਉਪਦੇਸ਼ ਆ ਉਹ ਰਤਨ ਵਰਗਾ ਹੈ ਕਿ ਸੰਗਤ ਦੇ ਮਨ ਰੂਪੀ ਸੋਨੇ ਵਿੱਚ ਗੁਰੂ ਦਾ ਉਪਦੇਸ਼ ਰੂਪੀ ਰਤਨ ਜੜਿਆ ਜਾਂਦਾ ਹੈ। ਅਸ ਭੂਖਨ ਜੁਗ ਲੋਕ ਸੁਹਾਵਤ, ਜਿਹੜਾ ਭਾਈ ਰਤਨ ਜੜਤ ਸੋਨਾ ਹੈ ਨਾ ਗਹਿਣਾ, ਉਹ ਜਿਵੇਂ ਸ਼ੋਭਦਾ ਇਸੇ ਤਰ੍ਹਾਂ ਇਸ ਤਰ੍ਹਾਂ ਦਾ ਜਿਹੜਾ ਗਹਿਣੇ ਹੈ ਦੋਹਾਂ ਲੋਕਾਂ ਦੇ ਵਿੱਚ ਫਿਰ ਉਹ ਭਾਈ ਸ਼ੋਭਾ ਪਾਉਂਦਾ ਹੈ। ਜਹਾਂ ਕਹਾਂ ਆਦਰ ਕੋ ਪਾਵਤ, ਜਿੱਥੇ ਕਿਥੇ ਵੀ ਆਦਰ ਸਤਕਾਰ ਨੂੰ ਪਾਉਂਦਾ ਹੈ। ਸਿੱਖਨ ਕੇ ਔਰ ਸਰ ਸਮ ਸਰ ਹੈ, ਜਿਵੇਂ ਸਿੱਖਾਂ ਦੇ ਫਿਰ ਹਿਰਦੇ ਹੈ। ਇਹ ਭਾਈ ਜਿਹੜਾ ਸਿੱਖ ਦਾ ਹਿਰਦਾ ਰੂਪੀ ਸਰੋਵਰ ਹੈ, ਸਰੋਵਰ ਸਮ ਹੈ, ਜਿਵੇਂ ਬਾਹਰ ਸਰੋਵਰ ਹੁੰਦਾ ਹੈ। ਗੁਰ ਉਪਦੇਸ਼ ਬਿਮਲ ਜਲ ਧਰ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ ਜਿਵੇਂ ਸਰੋਵਰ ਦੇ ਵਿੱਚ ਪਵਿੱਤਰ ਪਾਣੀ ਹੋਵੇ, ਇਸ ਤਰ੍ਹਾਂ ਹਿਰਦੇ ਵਿੱਚ ਜਦੋਂ ਗੁਰੂ ਦਾ ਉਪਦੇਸ਼ ਧਾਰਨ ਕਰ ਲਿਆ ਤਾਂ ਸਰੋਵਰ ਦੇ ਵਿੱਚ ਜਾਣੋ ਪਵਿੱਤਰ ਜਿਵੇਂ ਜਲ ਹੈ, ਉਹੀ ਸਰੋਵਰ ਚੰਗਾ ਲੱਗਦਾ ਹੈ ਨਾ। ਇਸੇ ਤਰ੍ਹਾਂ ਗੁਰੂ ਦੇ ਸਿੱਖ ਦਾ ਹਿਰਦਾ ਉਹੀ ਸੋਭਦਾ ਜਿਹਦੇ ਵਿੱਚ ਗੁਰੂ ਦਾ ਉਪਦੇਸ਼ ਹੈ। ਤੇ ਗੁਰੂ ਉਪਦੇਸ਼ ਜਾਣੋ ਵਿੱਚ ਭਾਈ ਪਵਿੱਤਰ ਜਲ ਧਰਿਆ ਜਾਂਦਾ ਹੈ। ਤਿਸ ਅਨੁਸਾਰ ਕ੍ਰਿਤ ਜੋ ਕਰਨੀ, ਗੁਰੂ ਦੇ ਉਪਦੇਸ਼ ਮੁਤਾਬਕ ਜੋ ਭਾਈ ਕਿਰਤ ਕਰਨੀ ਹੈ। ਅਰਬਿੰਦਨ ਕੀ ਬਣੀ ਸੋ ਬਰਨੀ, ਇਹ ਜਾਣੋ ਭਾਈ ਅਰਬਿੰਦਨ ਕਹਿੰਦੇ ਨੇ ਕਮਲ, ਕਮਲ ਦੇ ਫੁੱਲਾਂ ਦੀ ਬਾੜੀ ਬਣ ਜਾਂਦੀ ਹੈ। ਮਨ ਸਿੱਖਨ ਕੇ ਧਾਤ ਸਮਾਨ, ਫਿਰ ਜਿਵੇਂ ਧਾਤਾਂ ਹੁੰਦੀਆਂ 8 ਧਾਤਾਂ ਪਾਰਸ ਨੂੰ ਲੱਗ ਜਾਣ ਸੋਨਾ ਹੋ ਜਾਂਦੀਆਂ। ਇਹ ਜਿਹੜਾ ਸਿੱਖਾਂ ਦੇ ਮਨ ਹਨ ਇਹ 8 ਧਾਤਾਂ ਵਰਗੇ ਨੇ। ਪਾਰਸ ਗੁਰ ਉਪਦੇਸ਼ ਮਹਾਨ, ਤੇ ਗੁਰੂ ਦਾ ਉਪਦੇਸ਼ ਮਿਲ ਜੇ ਸੋਨੇ ਵਰਗੀਆਂ ਹੋ ਜਾਂਦਾ ਮਨ। ਪਾਰਸ ਜਾਣੋ ਜੋ ਗੁਰੂ ਦਾ ਉਪਦੇਸ਼ ਹੈ ਪਾਰਸਵਤ ਹੈ। 52 ਚੰਦਨ ਗੁਰ ਉਪਦੇਸ਼, ਫਿਰ ਗੁਰੂ ਦਾ ਜਿਹੜਾ ਉਪਦੇਸ਼ ਹੈ ਉਹ 52 ਚੰਦਨ ਸਰੂਪ ਹੈ। ਜਨ ਮਨ ਤਰ ਬਨ ਗੰਧ ਵਿਸ਼ੇਸ਼, ਇਉਂ ਜਾਣੋ ਜਿੰਨੇ ਵੀ ਦਰਖਤ ਨੇ ਜੰਗਲ ਦੇ ਜਿੱਥੇ 52 ਚੰਦਨ ਹੋਵੇ ਉਹ ਸਾਰੇ ਹੀ ਸੁਗੰਧਿਤ ਹੋ ਜਾਂਦੇ ਐ। ਸੇਵਕਾਂ ਨੂੰ ਭਾਈ ਗੁਰੂ ਦਾ ਉਪਦੇਸ਼ ਸੁਗੰਧਿਤ ਕਰਨ ਵਾਲਾ ਹੈ। ਗੁਰ ਬਚਤੇ ਬਾਰ ਬੂੰਦਨ ਪਾਏ, ਤੇ ਗੁਰੂ ਦੇ ਜਿਹੜੇ ਬਚਨ ਹੈ ਇਹ ਮਹਾਨ ਉਹ ਬੂੰਦਾਂ ਹੈ ਜਿਹਨੂੰ ਪਪੀਹਾ ਚਾਹੁੰਦਾ ਸਵੰਤੀ ਬੂੰਦ ਵਾਂਗ। ਚਾਤਰਕ ਸਿੱਖ ਹੋਤ ਤ੍ਰਿਪਤਾਏ, ਇਹ ਗੁਰੂ ਦੇ ਬਚਨਾਂ ਨੂੰ ਪ੍ਰਾਪਤ ਕਰਕੇ ਪਪੀਹੇ ਰੂਪੀ ਜਿਹੜੇ ਸਿੱਖ ਨੇ ਉਹ ਭਾਈ
ਤ੍ਰਿਪਤ ਹੁੰਦੇ ਹਨ। ਉਹਨਾਂ ਦੀ ਤ੍ਰਿਪਤੀ, ਜਿਵੇਂ ਪਪੀਹੇ ਨੂੰ ਸਵੰਤੀ ਮੂੰਦ ਮਿਲ ਜੇ ਤ੍ਰਿਪਤ ਹੁੰਦਾ, ਸਿੱਖ ਨੂੰ ਗੁਰੂ ਦੇ ਬਚਨਾਂ ਦੀ ਪ੍ਰਾਪਤੀ ਹੋ ਜੇ, ਇਉਂ ਜਿਹੜੇ ਹਨ ਤ੍ਰਿਪਤ ਹੁੰਦੇ ਨੇ। ਆਓ ਹੁਣ ਟਾਈਮ ਹੋ ਗਿਆ ਹੈ, ਬਾਕੀ ਆਪਾਂ ਇਤਿਹਾਸ ਕੱਲ ਅੱਗੇ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।